ਆਜ਼ਾਦ ਟੀਵੀ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ। ਹਰੇਕ ਵੀਰਵਾਰ ਦੀ ਤਰ੍ਹਾਂ ਤੁਹਾਡੇ ਰੂਬਰੂ ਹੋ ਰਹੇ ਹਾਂ। ਆਓ ਸਤਿਗੁਰੂ ਦਾਸ ਮਾਂ ਦਾ ਓਟ ਆਸਰਾ ਲੈ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਾਡਾ ਮਕਸਦ ਕਿਸੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ, ਸਾਡਾ ਮਕਸਦ ਸਮਾਜ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਤੁਹਾਡੇ ਤੱਕ ਪਹੁੰਚਾਉਣਾ ਹੈ। ਅਤੇ ਸਾਡੇ ਸਟੂਡੀਓ ਦਾ ਨੰਬਰ 020363000610 ਹੈ। ਜੇ ਕਿਸੇ ਵੀ ਮੇਰੇ ਭੈਣ ਭਰਾ ਨੇ ਕਾਲ ਕਰਨੀ ਹੋਵੇ ਤਾਂ ਤੁਸੀਂ ਪ੍ਰੋਗਰਾਮ 'ਚ ਹਿੱਸਾ ਲੈ ਸਕਦੇ ਹੋ। ਅਤੇ ਜਿਸ ਤਰ੍ਹਾਂ ਕਿ ਮਹਾਂਮਾਰੀ ਚੱਲ ਰਹੀ ਹੈ, ਕਰੋਨਾ ਜਿਹੜਾ ਆ ਬਹੁਤ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈ। ਅੱਜ ਕੱਲ੍ਹ ਲੰਡਨ ਦੇ ਮੇਅਰ ਨੇ ਵੀ ਇਸ ਦੀਆਂ ਹਦਾਇਤਾਂ ਦਿੱਤੀਆਂ ਹਨ। ਸਾਨੂੰ ਉਹਨਾਂ ਹਦਾਇਤਾਂ ਦੇ ਮੁਤਾਬਕ ਹੀ ਚੱਲਣਾ ਚਾਹੀਦਾ ਹੈ, ਉਹਨਾਂ ਹਦਾਇਤਾਂ ਨੂੰ ਫੋਲੋ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਵੀ ਗੌਰਮੈਂਟ ਸਾਨੂੰ ਹੁਕਮ ਦਿੰਦੀ ਹੈ ਜਾਂ ਕੋਈ ਵੀ ਕਾਨੂੰਨ ਕੱਢਦੀ ਹੈ, ਕੋਈ ਵੀ ਉਹ ਜਿਹੜਾ ਕਿੰਤੂ ਪਰੰਤੂ ਸਾਡੇ ਉੱਤੇ ਨਹੀਂ ਆਉਣਾ ਚਾਹੀਦਾ। ਕਿ ਉਹ ਸਮਾਜ ਦੇ ਵਿੱਚ ਜੋ ਵੀ ਵੱਧ ਰਿਹਾ ਕਰੋਨਾ, ਸਾਰੇ ਇੰਗਲੈਂਡ ਦੇ ਵਿੱਚ ਜਾਂ ਭਾਰਤ ਦੇਸ਼ ਦੇ ਵਿੱਚ ਜਾਂ ਦੁਨੀਆ ਦੇ ਕੋਨੇ ਵਿੱਚ, ਲੇਕਿਨ ਅੱਜ ਅਸੀਂ ਇੰਗਲੈਂਡ ਦੀ ਧਰਤੀ 'ਤੇ ਰਹਿੰਦੇ ਹਾਂ। ਇੰਗਲੈਂਡ ਦੇ ਵਿੱਚ ਜੋ ਸਾਨੂੰ ਹਦਾਇਤਾਂ ਮਿਲ ਰਹੀਆਂ ਹਨ, ਸਾਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ। ਔਰ ਆਪਣਾ ਖਿਆਲ ਔਰ ਆਪਣੇ ਸਾਕ ਸੰਬੰਧੀਆਂ ਦਾ, ਰਿਸ਼ਤੇਦਾਰਾਂ ਦਾ, ਯਾਰਾਂ ਦੋਸਤਾਂ ਦਾ ਖਿਆਲ ਰੱਖਣਾ ਚਾਹੀਦਾ ਆ। ਇੱਕ ਦੂਸਰੇ ਦੇ ਘਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਆ। ਅਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ, ਅਸੀਂ ਪਹਿਲਾਂ ਇੱਕ ਸੌਂਗ ਸੁਣਾਂਗੇ। ਸੌਂਗ ਤੋਂ ਬਾਅਦ ਅਸੀਂ ਕੱਲ੍ਹ ਦਾ ਜੋ ਦਿਨ ਸੀ, ਬਹੁਤ ਹੀ ਮਹੱਤਵਪੂਰਨ ਦਿਨ ਸੀ, 14 ਅਕਤੂਬਰ 1956, ਅਤੇ ਅਸੀਂ ਉਸ ਦੇ ਬਾਰੇ ਗੱਲ ਕਰਾਂਗੇ, ਬਾਬਾ ਸਾਹਿਬ ਦਾ ਧਰਮ ਪਰਿਵਰਤਨ ਦੇ ਬਾਰੇ। ਅਤੇ ਲੇਕਿਨ ਪਹਿਲਾਂ ਅਸੀਂ ਇੱਕ ਧਾਰਮਿਕ ਸੌਂਗ ਸੁਣਾਂਗੇ ਜੀ। ਹੁਣ ਤੁਸੀਂ ਇੱਕ ਸੌਂਗ ਸੁਣਿਆ, ਸਾਡੇ ਬੱਲਾਂ ਵਾਲੇ ਸੰਤ ਕਹਿੰਦੇ ਗੁਰੂਆਂ ਦਾ ਨਾਮ ਜਪਿਆ ਕਰੋ। ਕਿਉਂਕਿ ਸਤਿਗੁਰੂ ਨਰਿੰਜਨ ਦਾਸ ਜੀ ਮਹਾਰਾਜ ਜਿਹੜੇ ਆ ਬਹੁਤ ਹੀ ਪਿਆਰ ਨਾਲ ਸੰਗਤਾਂ ਨੂੰ ਸੰਦੇਸ਼ ਦਿੰਦੇ ਆ, ਆਸ਼ੀਰਵਾਦ ਦਿੰਦੇ, ਪਿਆਰ ਦਿੰਦੇ ਹਨ। ਕਿਉਂਕਿ ਅਸੀਂ ਅੱਜ ਇਸ ਗੱਲ ਨੂੰ ਜਿਹੜੀ ਆ ਗੱਲ ਹੈ, ਜਿਹੜਾ ਸੌਂਗ ਆ ਜੋ ਮੋਹਨ ਕਾਰਪੀ ਨੇ ਗਾਇਆ ਔਰ ਰਾਮਪਾਲ ਜੀ ਦਾ ਲਿਖਿਆ ਹੋਇਆ ਹੈ, ਅਤੇ ਆਜ਼ਾਦ ਟੀਵੀ ਵੱਲੋਂ ਇਸ ਨੂੰ ਸਪੋਂਸਰ ਕੀਤਾ ਗਿਆ ਸੀ। ਇਹ ਜਿਹੜਾ ਸੌਂਗ ਹੈ, ਇਸ ਦੇ ਨਾਲ ਅਸੀਂ ਕੱਲ੍ਹ ਦਾ ਜਿਹੜਾ ਦਿਨ ਗਿਆ ਆ 14 ਅਕਤੂਬਰ, ਅਤੇ ਅੱਜ ਦਾ ਦਿਨ ਜੋ ਆ ਰਿਹਾ ਸਾਡੇ ਸਮਾਜ ਲਈ, ਅਸੀਂ ਉਸ ਨੂੰ ਇੱਕ ਦੂਜੇ ਦੇ ਨਾਲ ਲਿੰਕ ਕਰਾਂਗੇ। ਕਿ ਅੱਜ ਤੋਂ ਪਹਿਲਾਂ ਬਾਬਾ ਸਾਹਿਬ ਨੇ ਕਿਹਾ ਸੀ ਕਿ ਮੈਂ ਹਿੰਦੂ ਧਰਮ ਵਿੱਚ ਪੈਦਾ ਹੋਇਆ, ਮੇਰੇ ਵੱਸ ਦੀ ਗੱਲ ਨਹੀਂ, ਹਿੰਦੂ ਰਹਿ ਕੇ ਮਰਾਂਗਾ ਨਹੀਂ, ਇਹ ਮੇਰੇ ਵੱਸ ਦੀ ਗੱਲ ਹੈ। ਅਤੇ 14 ਦਸੰਬਰ ਨੂੰ ਜਾਂ 14 ਅਕਤੂਬਰ ਨੂੰ ਜੋ ਬਾਬਾ ਸਾਹਿਬ ਨੇ ਜੋ ਇਤਿਹਾਸਿਕ ਦਿਨ ਸੀ, ਜਿਹੜਾ 3,65,000 ਲੋਕਾਂ ਦੇ ਨਾਲ ਉਹਨਾਂ ਨੇ ਬੁੱਧ ਦੀਕਸ਼ਾ ਲਈ ਸੀ। ਅਤੇ ਅੱਜ ਇਹੀ ਗੱਲ ਜਿਹੜੀ ਆ, ਅੱਜ ਸਾਡਾ ਸਮਾਜ ਜਿਹੜਾ ਰਵਿਦਾਸੀਆ ਭਾਈਚਾਰਾ ਆ, ਉਹ ਅੱਜ ਇਹੀ ਗੱਲ ਕਹਿ ਰਿਹਾ ਕਿ ਅਸੀਂ ਹਿੰਦੂ ਰਹਿ ਕੇ ਨਹੀਂ ਮੰਨਣਾ, ਅਸੀਂ ਰਵਿਦਾਸੀਆ ਕਹਾ ਕੇ ਮੰਨਣਾ ਹੈ। ਅਤੇ ਅਸੀਂ ਦੋਨਾਂ ਦੇ ਵਿੱਚ ਅੰਤਰ, ਦੋਨਾਂ ਦੇ ਵਿੱਚ ਪਾੜਾ, ਦੋਨਾਂ ਦੇ ਵਿੱਚ ਇੱਕ ਕੜੱਤਨ ਕਿਉਂ ਆ ਰਹੀ ਆ? ਜੇ ਬਾਬਾ ਸਾਹਿਬ ਨੇ ਇਹ ਗੱਲ ਅੱਜ ਤੋਂ 50 ਸਾਲ ਜਾਂ 100 ਸਾਲ ਪਹਿਲਾਂ ਕਹੀ ਸੀ, ਅਤੇ ਅੱਜ ਜੇ ਰਵਿਦਾਸੀਆ ਸਮਾਜ ਉਸ ਗੱਲ ਨੂੰ ਫੋਲੋ ਕਰਕੇ ਆਪਣਾ ਧਰਮ ਬਣਾਉਣਾ ਚਾਹੁੰਦਾ ਹੈ, ਅਤੇ ਦੂਸਰੇ ਨੂੰ ਕਿਉਂ ਤਕਲੀਫ ਹੋ ਰਹੀ ਹੈ? ਇਸ ਗੱਲ ਦੇ ਉੱਤੇ ਅਸੀਂ ਕੋਈ ਲੜਾਈ ਝਗੜਾ ਜਾਂ ਕੋਈ ਬਹਿਸ ਨਹੀਂ ਕਰਨੀ, ਲੇਕਿਨ ਆਪੋ ਆਪਣੇ ਅਸੀਂ ਪਿਆਰ ਦੇ ਨਾਲ ਵਿਚਾਰ ਦੇਣੇ ਆ ਕਿ ਕੱਲ੍ਹ ਦੇ ਦਿਨ ਦੀ ਮਹੱਤਤਾ ਔਰ ਜੋ ਆਉਣੇ ਵਾਲਾ ਰਵਿਦਾਸੀਆ ਸਮਾਜ ਦਾ ਜਿਹੜਾ ਦਿਨ ਹੈ, ਉਹਦੀ ਮਹੱਤਤਾ ਇੱਕ ਦੂਜੇ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਅਤੇ ਹਰੇਕ ਵੀਰਵਾਰ ਦੀ ਤਰ੍ਹਾਂ ਮੇਰੇ ਨਾਲ ਮੇਰੇ ਬੜੇ ਵੀਰ ਰਵਿੰਦਰ ਚੌਹਾਨ ਜੀ। ਜੈ ਗੁਰਦੇਵ ਜੀ। ਧੰਨ ਗੁਰਦੇਵ। ਹੁਣ ਤੁਸੀਂ ਸੁਣਿਆ, ਸਾਡੇ ਬੱਲਾਂ ਵਾਲੇ ਸਤਿਗੁਰੂ ਕਹਿੰਦੇ ਗੁਰਾਂ ਦਾ ਨਾਮ ਜਪਿਆ ਕਰੋ। ਅਤੇ ਕੱਲ੍ਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 14 ਜਿਹੜਾ ਅਕਤੂਬਰ ਸੀ 1956, ਅਤੇ ਬਾਬਾ ਸਾਹਿਬ ਨੇ ਜੋ ਨਾਗਪੁਰ ਦੇ ਵਿੱਚ ਦੀਕਸ਼ਾ ਲਈ ਸੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਆਜ਼ਾਦ ਟੀਵੀ ਕੌਮ ਦੀ ਸੋਚ ਵੱਲੋਂ ਜਿੰਨੇ ਵੀ ਸਾਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭਾਰਤ, ਜੈ ਭੀਮ। ਇਹ ਇੱਕ ਕੱਲ੍ਹ ਦਾ ਜੋ ਦਿਨ ਸੀਗਾ ਬਾਬਾ ਸਾਹਿਬ ਦੇ, ਜਦੋਂ ਉਹਨਾਂ ਨੇ ਦੀਕਸ਼ਾ ਲਈ ਸੀ, ਉਹਨਾਂ ਨੇ ਇਹ ਇੱਕ ਸੋਚਿਆ ਸੀ ਉਹਦੇ ਵਿੱਚ। ਚੌਹਾਨ ਸਾਹਿਬ ਕੋਲ ਆ ਗਈ, ਲੈ ਲਈਏ। ਸੌਰੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਹੈਲੋ, ਜੈ ਗੁਰਦੇਵ ਜੀ। ਮੈਨੂੰ ਪਛਾਣ ਨਹੀਂ ਲੱਗਦਾ। ਨਹੀਂ, ਹਾਂਜੀ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਬਲਜੀਤ ਬੋਲਦਾ, ਹਿੰਦਰੀ ਭਾਈ ਸ਼ੋਪ ਤੋਂ, ਕਰੋਮਬੈਸ ਸਟੋਰ ਤੋਂ। ਹਾਂਜੀ, ਕਰੋਮਬੈਸ ਸਟੋਰ ਹਿੰਦਰੀ ਭਾਈ ਦੀ ਸ਼ੋਪ ਸੀਗੀ। ਹਾਂਜੀ ਹਾਂਜੀ ਭਾਜੀ, ਕੀ ਕਹਿਣਾ ਚਾਹੁੰਦੇ? ਹਾਂਜੀ ਬਲਜੀਤ। ਹਾਂਜੀ ਬਲਜੀਤ ਜੀ, ਕੀ ਕਹਿਣਾ ਚਾਹੁੰਦੇ ਹੋ? ਕੀ ਹਾਲ ਹੈ ਭਾਈ? ਠੀਕ। ਹਾਂਜੀ, ਬਸ ਤੁਹਾਨੂੰ ਠੀਕ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ ਜੀ ਵੀਰ ਜੀ, ਬਹੁਤ ਬਹੁਤ। ਬਲਜੀਤ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ ਚੌਹਾਨ ਜੀ। ਉਹ ਇੱਕ ਇਤਿਹਾਸਿਕ ਮੂਵਮੈਂਟ ਸੀ। ਉਹਨਾਂ ਨੇ ਜੋ ਮੌਕੇ ਦੇ ਹਿਸਾਬ ਨਾਲ ਜੋ ਮਾਹੌਲ ਦੇਖਿਆ ਕੀ ਕੁਝ ਹੋ ਰਿਹਾ ਹੈ,
ਇਹ ਜੋ ਕਈ ਤਰ੍ਹਾਂ ਦੀਆਂ ਜਿਹਨਾਂ ਦੇ ਉਤਰਾਅ ਚੜਾਅ ਦੇਖੇ, ਉਹਨਾਂ ਨੇ ਸਭ ਕੁਝ ਦੇਖਿਆ, ਕਿਉਂਕਿ ਉਹਨਾਂ ਨੇ ਉਸ ਵੇਲੇ ਸੋਚ ਲਿਆ ਵੀ ਜੇ ਇਹੋ ਜਿਹੇ ਮਾਹੌਲ ਦੇ ਵਿੱਚ ਮੈਂ ਪੈਦਾ ਤਾਂ ਜ਼ਰੂਰ ਹੋ ਗਿਆ, ਕਿਉਂਕਿ ਉਹਨਾਂ ਨੇ ਉਹ ਚੀਜ਼ ਨੂੰ ਹੰਢਾਇਆ, ਉਹਨਾਂ 'ਚ ਉਹਨੂੰ ਜੇ ਦੇਖਿਆ ਵੀ ਮੈਂ ਉਸ ਮਾਹੌਲ ਦੇ ਵਿੱਚ ਮਰਨਾ ਨਹੀਂ ਚਾਹੁੰਦਾ। ਇੱਕ ਸੋਚਣ ਦੀ ਗੱਲ ਹੈ ਵੀ ਉਹਨਾਂ ਨੇ ਕਿਉਂ ਸੋਚਿਆ ਸੀ, ਕਿਉਂਕਿ ਸਿਸਟਮ ਮਾਹੌਲ ਜਿਹੜੇ ਕਿ ਜ਼ੁਲਮ ਇੰਨੇ ਹੋ ਰਹੇ ਸਨ ਜੀ ਕਿ ਹਿੰਦੂ ਰੀਤੀ ਰਿਵਾਜ਼ਾਂ ਇੰਨਾ ਵੱਧ ਗਿਆ ਸੀ। ਬਾਬਾ ਸਾਹਿਬ ਨੇ ਆਪਣੇ, ਪਹਿਲੀ ਗੱਲ ਤਾਂ ਮੈਂ ਬਾਬਾ ਸਾਹਿਬ ਨੂੰ ਸਲਾਮ ਕਰਦਾ ਕਿ ਉਹ ਇਹੋ ਜਿਹੇ ਮਾਹੌਲ ਦੇ ਵਿੱਚ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣੇ ਕਲਮ ਦੀ ਰਾਹੀਂ ਔਰ ਇੱਕ ਸੋਸ਼ਲ ਰਿਫੋਰਮ ਕਰਨ ਲਈ ਕੀ ਕੁਝ ਨਹੀਂ ਕੀਤਾ। ਉਸ ਤੋਂ ਬਾਅਦ ਮੈਂ ਚਾਹੁੰਦਾ ਵੀ ਜੇ ਬਾਬਾ ਸਾਹਿਬ ਦੇ ਨਾਲ 2 3 4 ਹੋਰ ਉਹਨਾਂ ਦੇ ਨਾਲ ਖੜ੍ਹੇ ਹੋ ਜਾਂਦੇ ਤਾਂ ਚਾਹੇ ਪਤਾ ਨਹੀਂ ਕੀ ਕੁਝ ਹੋ ਸਕਦਾ ਸੀ। ਇਸ ਕਰਕੇ ਜਿਹੜਾ ਕਿ ਬਾਬਾ ਸਾਹਿਬ ਨੇ ਜੋ ਸਾਡੀ ਕਮਿਊਨਿਟੀ ਲਈ, ਸਾਡੀ ਕਮਿਊਨਿਟੀ ਲਈ ਮੈਂ ਕਹਿ ਸਕਦਾ ਸਾਰੇ ਲੋਕਾਂ ਨੂੰ ਜੋ ਵੀ ਇਹ ਚੀਜ਼ ਨੂੰ ਸਫਰ ਕਰ ਰਹੇ ਸੀ, ਇਹ ਤਸੱਦਦ ਨੂੰ ਝੱਲ ਰਹੇ ਸੀ, ਉਹਨਾਂ ਲਈ ਇਹ ਕੌਨਸਟੀਟਿਊਸ਼ਨ ਰੱਖ ਕੇ ਉਹਦੇ ਵਿੱਚ ਇਹ ਗੱਲ ਮੈਂ ਜ਼ਰੂਰ ਦੱਸਣਾ ਚਾਹੁੰਦਾ। ਬਾਬਾ ਸਾਹਿਬ ਨੇ ਭਾਵਾਂ ਕਿਹਾ ਸੀ ਉਹ ਮਾਹੌਲ ਤੋਂ ਬਾਅਦ ਮੈਂ ਇਹ ਮੰਨਣਾ ਨਹੀਂ ਚਾਹੁੰਦਾ ਮੈਂ, ਕਿਉਂਕਿ ਉਹਨਾਂ ਨੇ ਦੇਖ ਲਿਆ ਵੀ ਇਹੋ ਜਿਹੇ ਮਾਹੌਲ ਦੇ ਵਿੱਚ ਜੇ ਮੈਂ ਪੈਦਾ ਹੋ ਗਿਆ, ਕਿਉਂਕਿ ਉਹਨਾਂ ਦੇ ਆਪਣੇ ਬਸ ਦੀ ਗੱਲ ਸੀ, ਮੈਂ ਜਾਣਾ ਨਹੀਂ ਚਾਹੁੰਦਾ। ਫਿਰ ਉਹਨਾਂ ਨੇ ਇਹ ਇੱਕ ਕੋਸ਼ਿਸ਼ ਕੀਤੀ ਵੀ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਚੇਂਜ ਕੀਤਾ ਜਾਵੇ। ਉਹਨੇ ਇੱਕ ਫਿਰ ਕਿਹੜੇ ਸੰਨ ਦੇ ਉਹਨਾਂ ਨੇ ਫਿਰ ਇੱਕ ਬੁੱਧ ਧਰਮ ਜਦੋਂ ਉਹਨਾਂ ਨੇ ਹਾਂਜੀ ਅਡੋਪਟ ਕੀਤਾ ਸੀ, ਜਦੋਂ ਕੱਲ੍ਹ ਦੀ ਗੱਲ ਜੀ, ਉਹ ਕੱਲ੍ਹ ਦੀ ਗੱਲ, ਉਦੋਂ ਉਸ ਵੇਲੇ ਉਹਨਾਂ ਨੇ ਤੱਕ ਲਿਆ ਸੀ ਕਿੰਨੇ ਲੱਖਾਂ ਦੀ 3,65,000 3,65,000 ਦੀ ਨਾਗਪੁਰ ਦੇ ਵਿੱਚ ਲੈ ਕੇ ਉਹਨਾਂ ਨੇ ਇੱਕ ਆਪਣਾ ਇਹ ਅਡੋਪਟ ਕੀਤਾ ਬੁੱਧ ਧਰਮ ਨੂੰ, ਵੀ ਤਾਂ ਕਿ ਮੈਂ ਉਹਦੇ ਹਿਸਾਬ ਨਾਲ ਕਰ ਜਾ। ਇਹ ਮੈਂ ਜ਼ਰੂਰ ਗੱਲ ਕਰਨਾ ਚਾਹੁੰਦਾ, ਬਾਬਾ ਸਾਹਿਬ ਨੇ ਐਟ ਦੀ ਐਂਡ ਬੁੱਧ ਧਰਮ ਨੂੰ ਅਡੋਪਟ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਪਹਿਲਾਂ ਇਹ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਵੀ ਉੱਥੇ ਉਹ ਗਏ ਸੀ, ਪਰ ਉਹਨਾਂ ਨੇ ਉਹਨਾਂ ਨੂੰ ਬੜੇ ਗਲਤ ਤਰੀਕੇ ਦੇ ਨਾਲ ਅਸੈਪਟ ਨਹੀਂ ਕੀਤਾ ਵੀ ਅਸੀਂ ਇਹ ਛੋਟੀਆਂ ਜਿਹੜੇ ਚੂਹੜੇ ਚਬਾਰਾਂ ਨੂੰ ਅਸੀਂ ਇਹ ਆਪਣੇ। ਪਰ ਇਹ ਗੱਲ ਮੈਂ ਜੁੜਾਂ ਕਿ ਉਹ ਜੇ ਕਿਸੇ ਨੇ ਵੀ ਕਿਹਾ, ਜੋ ਵੀ ਕਿਹਾ, ਉਹ ਇੱਕ ਜਿਹੜੀ ਸਾਡੇ ਗੁਰੂਆਂ ਪੀਰਾਂ ਦੀ ਸਿੱਖਿਆ ਸੀ ਉਹਨਾਂ ਦੇ ਬਿਲਕੁਲ ਹੀ ਗਲਤ ਕਿਹਾ। ਜੇ ਉਹਨਾਂ ਨੇ ਕਿਹਾ ਸੀ ਵੀ ਮਾਨਸ ਕੀ ਦਾਸ ਸਭ ਇੱਕ ਪਛਾਣਬੋ, ਉਹਨਾਂ ਨੇ ਉਸ ਵੇਲੇ ਜਿਹੜੇ ਸਾਡੇ ਗੁਰੂਆਂ ਦੀ ਸਿੱਖਿਆ ਸੀ ਉਹਨੂੰ ਭੁਲਾ ਕੇ ਸਿਰਫ ਇੱਕ ਜੇ ਛੋਟੀ ਜਾਤ ਦਾ, ਜੇ ਮੈਂ ਛੋਟੀ ਜਾਤ ਦਾ ਮੈਂ ਨਹੀਂ ਕਹਿ ਰਿਹਾ, ਉਹਨਾਂ ਦੇ ਹਿਸਾਬ ਦੇ ਨਾਲ ਛੋਟੀ ਜਾਤ ਦਾ ਉਹਨਾਂ ਨੇ ਉਹਨੂੰ ਐਕਸੈਪਟ ਨਹੀਂ ਕੀਤਾ। ਇਸ ਕਰਕੇ ਬਾਬਾ ਸਾਹਿਬ ਨੇ ਉਸ ਵੇਲੇ ਆਪਣੇ ਭਤੀਜੇ ਨੂੰ ਜਾਂ ਕਿੱਦਾਂ ਉਹਨਾਂ ਨੂੰ ਦਸਤਾਰ ਸਜਾਈ ਸੀ, ਪਰ ਇਹਨਾਂ ਨੂੰ ਐਕਸੈਪਟ ਨਹੀਂ ਕੀਤਾ। ਇਸ ਕਰਕੇ ਇਸ ਬਾਰੇ ਸੋਚਣ ਦੀ ਲੋੜ ਹੈ। ਜੇ ਅੱਜ ਬਾਬਾ ਸਾਹਿਬ ਜੀ ਹਰਿਮੰਦਰ ਸਾਹਿਬ ਵਿੱਚ ਆਪਣੀ ਦਸਤਾਰ ਸਜਾ ਕੇ ਕਰ ਲੈਂਦੇ, ਇੱਕ ਨਕਸ਼ਾ ਕੋਈ ਹੋਰ ਹੀ ਹੋਣਾ ਸੀ। ਅਸੀਂ ਸਾਰੇ ਜਿਹੜੇ ਕਿ ਲੜਾਈਆਂ ਝਗੜੇ ਹੋ ਰਹੇ ਹਨ, ਛੋਟੇ ਵੱਡੇ ਦੀ ਗੱਲ ਹੋ ਰਹੇ ਨੇ, ਅਸੀਂ ਗੁਰੂਆਂ ਦੀ ਸਿੱਖਿਆ ਤੋਂ ਪਰੇ ਹਟ ਕੇ ਉਹ ਜੇ ਉਹਨਾਂ ਨੇ ਜਵਾਬ ਦਿੱਤਾ ਸੀ, ਚਾਹੇ ਕੋਈ ਵੀ ਸੀ, ਮੇਰਾ ਗਿਲਾ ਕਹਿਣ ਦਾ ਮਤਲਬ ਮੈਂ ਹਿਸਟਰੀ ਦੀ ਗੱਲ ਕਰ ਰਿਹਾ, ਚਾਹੇ ਕੋਈ ਵੀ ਸੀ, ਜੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਉਹ ਬਿਲਕੁਲ ਸਰਾਸਰੀ ਬਿਲਕੁਲ ਟੋਟਲੀ ਰੋਂਗ ਸੀ। ਉਹਨਾਂ ਨੇ ਇੱਕ ਆਪਣੀ ਮਰਜ਼ੀ ਦੇ ਨਾਲ, ਆਪਣੀ ਮਨ ਮਰਜ਼ੀ ਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ, ਅਸੀਂ ਜਿਹੜੇ ਧਾਰਮਿਕ ਸਥਾਨ ਗੁਰੂ ਘਰ ਅਸੀਂ ਜਿਹੜੇ ਕਿ ਆਪਣੇ ਸਾਡੇ ਜਿਹੜੇ ਪਵਿੱਤਰ ਗੁਰੂ ਪੀਰ ਹੋ ਚੁੱਕੇ ਹਨ, ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਆਓ ਮਾਨਸ ਕੀ ਜਾਤ ਸਭ ਏਕ ਪਛਾਣਬੋ। ਸਾਰੇ ਉੱਥੇ ਤੁਹਾਨੂੰ ਪਤਾ ਵੀ 4 ਦਰਵਾਜ਼ੇ ਰੱਖੇ ਗਏ, ਦਰਵਾਜ਼ੇ ਕਾਹਲੇ ਸੀ ਤਾਂ ਕਿ ਹਿੰਦੂ ਮੁਸਲਿਮ ਸਿੱਖ ਈਸਾਈ ਸਾਰਿਆਂ ਲਈ ਸਾਂਝੀ ਬਾਲਤਾ ਦੀ ਗੱਲ ਉਹਨਾਂ ਨੇ ਕੀਤੀ ਸੀ ਵੀ ਜੇ ਸਾਡੇ ਚਾਹੇ ਪੋਲੀਟੀਕਲੀ ਅਸਰ ਕਰਕੇ ਜਾਂ ਹੋਰ ਕਿਸੇ ਹੋਰ ਦੀ ਗੱਲ ਕਰਕੇ ਇਹ ਜਿਹੜੇ ਕੰਮ ਹੋ ਰਹੇ ਹੋਣੇ ਨਹੀਂ ਚਾਹੀਦੇ। ਅੱਜ ਮੈਂ ਬਾਬਾ ਸਾਹਿਬ ਦੀ ਗੱਲ ਚੱਲੀ ਹੈ, ਬਾਬਾ ਸਾਹਿਬ ਤੋਂ ਬਾਅਦ ਇੱਕ ਮੈਂ ਜਿਹੜੇ ਕਿ ਮੇਰੀ ਆਪਣੀ ਇੱਕ ਸੋਚਣੀ ਹੈ, ਜੇ ਬਾਬਾ ਸਾਹਿਬ ਦੀ ਆਵਾਜ਼ ਨੂੰ ਬੁਲੰਦ ਕੀਤਾ ਸਾਹਿਬ ਕਾਂਸ਼ੀ ਰਾਮ ਜੀ ਨੇ ਕੀਤਾ। ਹੋਰ ਮੈਂ ਕਹਿ ਨਹੀਂ ਸਕਦਾ, ਕਿਉਂਕਿ ਪਿਛਲੇ ਜੇ ਕਿਤੇ ਵੀ ਕੋਈ ਵੀ ਰਾਈਟਰ ਕੋਈ ਵੀ ਇਤਿਹਾਸਕਾਰ ਇਹ ਗੱਲ ਲਿਖਣਾ ਚਾਹੇਗਾ, ਅੱਜ ਮੰਤਰੀ ਕੀ ਮਿਨਿਸਟਰ ਕੀ MLA ਕੀ ਬੜੇ ਆਏ ਹਨ, ਬੜੇ ਆਏ ਹੋਣਗੇ। ਅੱਜ ਜੇ ਕਿਸੇ ਸਾਡੀ ਜਿਹੜੀ ਕਿ ਨੌਜਵਾਨ ਪੀੜ੍ਹੀ ਨੂੰ ਪੁੱਛਿਆ ਜਾਵੇ ਉਹਨਾਂ ਦੇ ਨਾਂ ਕੀ ਆ, ਮੇਰਾ ਤਾਂ ਖਿਆਲ ਵੀ ਸਾਹਿਬ ਕਾਂਸ਼ੀ ਰਾਮ ਦਾ ਨਾਮ ਸਾਰਿਆਂ ਨੂੰ ਯਾਦ ਹੋਵੇਗਾ। ਜਦੋਂ ਹਿਸਟਰੀ ਲਿਖੀ ਜਾਊਗੀ ਉਦੋਂ ਇਹ ਕਿਹਾ ਜਾਊਗਾ ਵੀ ਬਾਬਾ ਸਾਹਿਬ ਤੋਂ ਬਾਅਦ ਜੇ ਕਿਸੇ ਨੇ ਕੋਈ ਬੀੜਾ ਚੁੱਕਿਆ ਸਾਹਿਬ ਕਾਂਸ਼ੀ ਰਾਮ ਜੀ ਨੇ ਸੀ। ਜਦੋਂ ਉਹਨਾਂ ਨੇ, ਕਿਉਂਕਿ ਨੰਬਰ ਉਹਨਾਂ ਨੇ ਇੱਕ ਗੱਲ ਹੋ ਰਿਹਾ, ਆਪਣੀ ਕੋਈ ਉਹਨਾਂ ਨੇ ਐਸ਼ੋ ਪ੍ਰਸਤ ਦੀ ਪਰਵਾਹ ਨਹੀਂ ਕੀਤੀ, ਆਪਣਾ ਨੇ ਕੋਈ ਤੁਹਾਨੂੰ ਇਕੱਠਾ ਕਰਨ ਦੀ ਕੀਤੀ, ਆਪਣੇ ਆਪ ਨੂੰ ਤੁਸੀਂ ਜਿਹੜਾ ਕਿ ਵੱਡੇ ਵੱਡੇ ਮਕਾਨ ਦੀ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਿਰਫ ਸਾਈਕਲਾਂ 'ਤੇ ਜਾ ਕੇ ਘਰ ਘਰ। ਬਾਬਾ ਸਾਹਿਬ ਵੀ ਗਰੀਬੀ ਦੇ ਨਾਲ ਬਹੁਤ ਹੀ ਲੜੇ, ਇੱਥੋਂ ਤੱਕ ਕਿ ਉਹਨਾਂ ਨੂੰ ਆਪਣੀ ਫੈਮਿਲੀ ਦੇ ਲਈ, ਬੱਚਿਆਂ ਲਈ ਦਵਾਈ ਦੇ ਲਈ, ਅਸੀਂ ਬੱਚਿਆਂ ਨੂੰ ਜਿਹੜੀ ਕਿ
ਉਹ ਜਾਣੀ ਕਿ ਜਿਹੜੇ ਕਿ ਆਪਣੇ ਜਾਣ ਤੋਂ ਬਾਅਦ ਜੇ ਛੋਟਾ ਜਿਹਾ ਕਫਨ ਪਾਉਂਦੇ ਹਨ, ਉਹਦੇ ਲਈ ਵੀ ਉਹਨਾਂ ਦੇ ਕੋਲ ਇੱਕ ਇੰਨੀ ਪੂੰਜੀ ਨਹੀਂ ਸੀ ਤਾਂ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਦਫਨਾਇਆ ਜਾ ਸਕੇ। ਇਸ ਕਰਕੇ ਇਹ ਮੈਂ ਮਿਸਾਲ ਤਾਂ ਦੇ ਰਿਹਾ ਹਾਂ, ਸਾਹਿਬ ਕਾਂਸ਼ੀ ਰਾਮ ਜੀ ਨੇ ਕੋਸ਼ਿਸ਼ ਕੀਤੀ ਵੀ ਹੈ, ਸਾਰਿਆਂ ਨੂੰ ਪਤਾ ਵੀ ਜਿਹਨਾਂ ਦੀ ਪਹਿਰਾ ਠੋਕ ਕੇ ਦਿੱਤਾ। ਅੱਜ ਅਸੀਂ ਨਾਅਰੇ ਜ਼ਰੂਰ ਲਾਉਂਦੇ ਹਾਂ, ਪਰ ਅਸੀਂ ਜੋ ਉਹਨਾਂ ਦਾ ਇੱਕ ਬੀੜਾ ਸੀ, ਜੋ ਅਸੀਂ ਕੰਮ ਕੀਤਾ ਸੀ, ਉਹ ਅਸੀਂ ਕਰ ਨਹੀਂ ਸਕੇ। ਬਾਬਾ ਸਾਹਿਬ ਦੀ ਜੇ ਗੱਲਬਾਤ ਨੂੰ ਅੱਗੇ ਲੈ ਕੇ ਜਾਂਦੇ, ਜੇ ਉੱਥੋਂ ਸਾਹਿਬ ਕਾਂਸ਼ੀ ਰਾਮ ਜੀ ਨੇ ਇਹ ਗੱਲ ਅੱਗੇ ਤੋਰੀ, ਇਹ ਗੱਲ ਅੱਗੇ ਕੀਤੀ, ਉਸ ਤੋਂ ਬਾਅਦ ਕਈ ਪਾਰਟੀਆਂ ਆਈਆਂ, ਕਈ ਗਏ ਆ, ਕਈ ਕੁਛ ਹੋ ਰਿਹਾ। ਜੇ ਅਸੀਂ ਉਸੇ ਸਪਿਰਿਟ ਦੇ ਨਾਲ, ਉਸੇ ਇੱਕ ਲਹਿ ਦੇ ਨਾਲ, ਉਸੇ ਜੋਸ਼ ਦੇ ਨਾਲ, ਉਸੇ ਹੌਸਲੇ ਦੇ ਨਾਲ ਚੱਲਦੇ ਰਹਿੰਦੇ, ਤਾਂ ਕਿ ਅੱਜ ਜੋ ਅਸੀਂ ਆਪਸ ਵਿੱਚ ਹੀ ਲੜ ਭਿੜ ਰਹੇ ਹਾਂ, ਜੋ ਅਸੀਂ ਚਾਹੁੰਦੇ ਹਾਂ, ਜੋ ਬਾਬਾ ਸਾਹਿਬ ਨੇ ਪੂਰਨੇ ਪਾਏ ਸੀ, ਜੋ ਕਾਂਸ਼ੀ ਰਾਮ ਜੀ ਨੇ ਕੋਈ ਪੂਰਨੇ ਪਾਏ ਸੀ, ਆਪਣੀ ਕਮਿਊਨਿਟੀ ਨੂੰ ਅੱਗੇ ਲਿਆਉਣ ਦਾ ਇੱਕ ਸੁਪਨਾ ਲਿਆ ਸੀ, ਉਸ ਸੁਪਨੇ ਦੇ ਵਿੱਚ ਅਸੀਂ ਭਾਗੀਦਾਰ ਨਹੀਂ ਹਾਂ। ਇਹ ਮੇਰੀ ਆਪਣੀ ਸੋਚਣੀ ਹੈ। ਜੇ ਕੋਈ ਇਹ ਚੀਜ਼ ਨੂੰ ਕਹਿੰਦਾ ਵੀ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ, ਅਸੀਂ ਕੰਮ ਕਰ ਰਹੇ ਹਾਂ, ਮੇਰਾ ਖਿਆਲ ਉਹ ਇੱਕ ਸਾਡੀ ਨਲਾਇਕੀ ਹੋਵੇਗੀ। ਆਓ ਅੱਜ ਅਸੀਂ ਬਾਬਾ ਸਾਹਿਬ ਦੇ ਜੋ ਅਸੀਂ ਗੱਲਬਾਤ ਅੱਜ ਕਰ ਰਹੇ ਹਾਂ, ਸਾਹਿਬ ਕਾਂਸ਼ੀ ਰਾਮ ਜੀ ਦੀ ਗੱਲ ਕਰ ਰਹੇ ਹਾਂ, ਜੋ ਵੀ ਹੈ ਰਲ ਮਿਲ ਕੇ ਉਹਨੂੰ ਅਸੀਂ ਉਸੇ ਸਪਿਰਿਟ ਨੂੰ ਲੈ ਕੇ, ਜੋ ਉਹਨਾਂ ਦਾ ਇੱਕ ਸੰਦੇਸ਼ ਸੀ, ਉਹ ਜੋ ਉਹਨਾਂ ਦਾ ਇੱਕ ਮੈਸੇਜ ਸੀ, ਉਹਦੇ ਵਿੱਚੋਂ ਕੁਛ ਨਾ ਕੁਛ ਸਿੱਖ ਕੇ ਅਸੀਂ ਅੱਗੇ ਵਧੀਏ। ਧੰਨਵਾਦ ਜੀ ਆਪਣੇ ਚੌਹਾਨ ਜੀ। ਜਿਸ ਤਰ੍ਹਾਂ ਕਿ ਆਪਾਂ ਗੱਲ ਕਰਦੇ ਹਾਂ ਕਿ ਕੱਲ੍ਹ ਦਾ ਦਿਨ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ, 14 ਅਕਤੂਬਰ 1956, ਕਿ ਜਦੋਂ ਬਾਬਾ ਸਾਹਿਬ ਨੇ ਕਿਹਾ ਸੀ ਕਿ ਮੈਂ ਹਿੰਦੂ ਪੈਦਾ ਹੋਇਆ, ਮੇਰੇ ਵੱਸ ਦੀ ਗੱਲ ਨਹੀਂ, ਹਿੰਦੂ ਰਹਿ ਕੇ ਮਰਾਂਗਾ ਨਹੀਂ, ਮੇਰੇ ਵੱਸ ਦੀ ਗੱਲ ਹੈ। ਉਸ ਤੋਂ ਬਾਅਦ ਬਾਬਾ ਸਾਹਿਬ ਨੇ ਬੜਾ ਇਹ ਧਿਆਨ ਕੀਤਾ, ਕਿਉਂਕਿ ਉਹ ਤਾਂ ਆਪ ਵਿਦਵਾਨ ਸਨ, ਉਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ ਸੀ ਵੈਸੇ, ਲੇਕਿਨ ਫਿਰ ਵੀ ਉਹਨਾਂ ਨੇ ਹਰੇਕ ਧਰਮ ਨੂੰ ਟੱਚ ਕੀਤਾ। ਉਹਨਾਂ 1936 ਦੇ ਵਿੱਚ ਅੰਮ੍ਰਿਤਸਰ ਜਾ ਕੇ ਉਹ ਆਪ ਦਸਤਾਰ ਬੰਨ੍ਹ ਕੇ ਵਿਸਾਖੀ ਵਾਲੇ ਦਿਨ ਉੱਥੇ ਪਹੁੰਚੇ। ਲੇਕਿਨ ਹਰਨਾਮ ਸਿੰਘ ਝੱਲਾ, ਜਿਹਦਾ ਨਾਂ ਹੀ ਝੱਲਾ ਸੀ, ਉਸਨੇ ਇਹ ਗੱਲ ਕਹਿ ਕੇ ਬਾਬਾ ਸਾਹਿਬ ਨੂੰ ਕਹਿ ਦਿੱਤਾ ਕਿ ਅਸੀਂ 6 ਕਰੋੜ ਚੂੜਿਆਂ ਨੂੰ ਹਰਿਮੰਦਰ ਸਾਹਿਬ ਸੰਭਾਲ ਦਈਏ ਅਤੇ ਇਹ ਕੀ ਬਣੂਗਾ ਇਹਦਾ। ਕਿਉਂਕਿ ਉਹਨਾਂ ਨੂੰ ਇਹ ਡਰ ਸੀ ਕਿ ਜੇ ਉਹ 6 ਕਰੋੜ ਜਿਹੜਾ ਸਾਡਾ ਭਾਈਚਾਰਾ ਸੀ, ਚਮਾਰ ਜਾਂ ਵਾਲਮੀਕੀ ਸਨ, ਉਹਨਾਂ ਨੂੰ ਜੇ ਉਹ ਸਿੱਖ ਬਣ ਜਾਂਦੇ ਅਤੇ ਜਿਹੜੇ ਉਹਨਾਂ ਦੇ ਲੀਡਰ ਹੋਣੇ ਸੀ ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਹੋਣੇ ਸੀ। ਇਹੀ ਡਰ ਸੀ ਉਸ ਵੇਲੇ ਜਿਹੜੇ ਸਿੱਖ ਲੀਡਰ ਸਨ ਉਹਨਾਂ ਨੂੰ, ਹੋਰ ਕੋਈ ਡਰ ਨਹੀਂ ਸੀ ਉਹਨਾਂ ਨੂੰ। ਲੇਕਿਨ ਬਾਬਾ ਸਾਹਿਬ ਨੂੰ ਪਹਿਲਾਂ ਤਾਂ ਬਾਬਾ ਸਾਹਿਬ ਨੂੰ ਝੰਜੋੜ ਦਿੱਤਾ ਹਿੰਦੂ ਧਰਮ ਨੇ। ਉਸ ਤੋਂ ਬਾਅਦ ਜਿਹੜੀ ਵੱਡੀ ਸੱਟ ਵੱਜੀ ਬਾਬਾ ਸਾਹਿਬ ਜੀ ਨੂੰ ਕਿ ਜਦੋਂ ਉਹ ਸਿੱਖ ਬਣਦੇ, ਸਿੱਖ ਦੇ ਸੋਚ ਰਹੇ ਸੀ ਕਿ ਸਿੱਖ ਬਣਨਾ ਜਾਂ ਨਹੀਂ ਬਣਨਾ ਬਾਅਦ ਦੀ ਗੱਲ ਸੀ, ਉਹਨਾਂ ਨੂੰ ਇਹ ਜਿਹੜੀ ਸੱਟ ਸੀ ਹਰਨਾਮ ਸਿੰਘ ਝੱਲਾ ਔਰ ਉਹਨਾਂ ਦੇ ਲੀਡਰਾਂ ਵੱਲੋਂ ਜਿਹੜੀ ਆ ਇਹ, ਚਾਹੇ ਮਾਸਟਰ ਤਾਰਾ ਸਿੰਘ, ਪ੍ਰਤਾਪ ਸਿੰਘ ਕੈਰੋਂ ਜਾਂ ਹੋਰ ਜਿਹੜੇ ਲੀਡਰ ਉੱਥੇ ਦੇ ਸਨ, ਜਿਸ ਤਰ੍ਹਾਂ ਕਿ ਕਈਆਂ ਦੇ ਨਾਨਾ ਜੀ ਗਿਣੇ ਜਾਂਦੇ, ਕਈਆਂ ਦੇ ਪੜਦਾਦਾ ਜੀ ਗਿਣੇ ਜਾਂਦੇ ਆ, ਅਤੇ ਉਹਨਾਂ ਦੀਆਂ ਗੱਲਾਂ ਜਦੋਂ ਕਰਦੇ ਸੀ ਫਿਰ ਬਾਬਾ ਸਾਹਿਬ ਨੂੰ ਉਸ ਤੋਂ ਵੀ ਬੜੀ ਨਿਰਾਸ਼ਾ ਹੋਈ। ਅਤੇ ਜਦੋਂ ਇਹ ਵੀ ਗੱਲ ਨਾਲ ਦੀ ਨਾਲ ਮੈਂ ਇਹ ਗੱਲ ਕਹੂੰਗਾ ਕਿ ਬਾਬਾ ਸਾਹਿਬ 28 ਅਕਤੂਬਰ 1951 ਨੂੰ ਜਲੰਧਰ 'ਚ ਆਏ ਸਨ। ਉਹ 28 ਅਕਤੂਬਰ 1951 ਇੱਕ ਇਤਿਹਾਸਕ ਦਿਨ ਸੀ ਜਲੰਧਰ ਦੇ ਵਿੱਚ। ਅਤੇ ਜਦੋਂ ਬਾਬਾ ਸਾਹਿਬ ਨੂੰ ਕਿਹਾ ਗਿਆ ਕਿ ਬਾਬਾ ਸਾਹਿਬ ਜੀ ਤੁਹਾਨੂੰ ਅਸੀਂ ਜਲੰਧਰ ਛੱਡ ਆਉਂਦੇ ਹਾਂ ਅੰਮ੍ਰਿਤਸਰ ਦੇ ਵਿੱਚੋਂ, ਅਤੇ ਉਸ ਵੇਲੇ ਦੇ ਸੇਠ ਕਿਸ਼ਨ ਦਾਸ ਜੀ ਕਲੇਰ ਜਲੰਧਰ ਵਾਲਿਆਂ ਨੇ ਕਿਹਾ ਸੀ ਕਿ ਸਾਡੇ ਕੋਲ ਵੀ ਕਾਰਾਂ ਹਨ। ਉਸ ਵੇਲੇ ਜਲੰਧਰ ਦੇ ਵਿੱਚ ਫਿਰ ਖਾਲਸਾ ਜਿਹੜਾ ਉੱਥੇ ਦਾ ਕਾਲਜ ਆ ਵੀ DAV ਕਾਲਜ ਦੇ ਵਿੱਚ ਵੀ ਬਾਬਾ ਸਾਹਿਬ ਨੇ ਸਪੀਚ ਦਿੱਤੀ। ਲੇਕਿਨ ਅੱਜ ਇਤਿਹਾਸ ਬਣ ਚੁੱਕਾ ਬਾਬਾ ਸਾਹਿਬ ਦਾ। ਅਤੇ ਜਦੋਂ ਮੁੰਬਈ ਦੇ ਵਿੱਚ ਖਾਲਸਾ ਕਾਲਜ ਦਾ ਓਪਨਿੰਗ ਸੈਰਾਮਨੀ ਹੋਈ ਤਾਂ ਬਾਬਾ ਸਾਹਿਬ ਨੂੰ ਇਹ ਉਸ ਵੇਲੇ ਦੇ ਜਿਹੜਾ ਰਾਈਟਰ ਸੀ, ਇੱਕ ਪੇਪਰ ਨਿਕਲਦਾ ਸੀ ਉਸ ਵੇਲੇ ਦਾ ਮੈਗਜ਼ੀਨ ਦਿੱਲੀ ਦੇ ਵਿੱਚੋਂ, ਉਸ ਮੈਗਜ਼ੀਨ ਦੇ ਵਿੱਚ ਲਿਖਿਆ ਸੀ ਕਿ 100 ਲੰਗੜਾ ਇਕੱਠਾ ਕਰ ਲਓ, 100 ਲੰਗੜਾ ਇਕੱਠਾ ਕਰ ਲਓ, ਇੱਕ ਮਿਲਖਾ ਸਿੰਘ ਨਹੀਂ ਬਣ ਸਕਦਾ। 100 ਬੁੱਧੀਜੀਵੀ ਇਕੱਠਾ ਕਰ ਲਓ, ਇੱਕ ਅੰਬੇਡਕਰ ਨਹੀਂ ਬਣ ਸਕਦਾ। ਇਹ ਉਸ ਵੇਲੇ ਦੇ ਖਾਲਸਾ ਕਾਲਜ ਦੇ ਜਿਹੜਾ ਪ੍ਰਿੰਸੀਪਲ ਸੀ, ਉਸਨੇ ਇਹ ਗੱਲ ਬਾਬਾ ਸਾਹਿਬ ਦੇ ਬਾਰੇ ਕਹੀ ਸੀ। ਉਹ ਇਹ ਜਿਹੜੀ ਗੱਲਾਂ ਜਿਹੜੀਆਂ ਸਾਡੇ ਇਤਿਹਾਸ ਦੇ ਵਿੱਚੋਂ ਲੁਕੋਈਆਂ ਗਈਆਂ, ਸਾਨੂੰ ਦੱਸੀਆਂ ਗਈਆਂ ਨਹੀਂ ਗਈਆਂ, ਅਤੇ ਲੇਕਿਨ ਇਹ ਇੱਕ ਸੱਚੀ ਸਾਖੀ ਹੈਗੀ ਆ ਸਰਦਾਰ ਕਪੂਰ ਸਿੰਘ ਦੀ। ਇਹਦੇ ਉੱਤੇ 125, 22, 23, 26, 27 ਪੇਜ ਜਿਹੜਾ ਤੁਸੀਂ ਪੜ੍ਹੋ ਅਤੇ ਤੁਹਾਨੂੰ ਇਤਿਹਾਸ ਤੋਂ ਜਾਣੂ, ਇਤਿਹਾਸ ਦੇ ਵਿੱਚ ਸਾਡੇ ਨਾਲ ਜਿਹੜਾ ਇਹਨਾਂ ਲੋਕਾਂ ਨੇ ਕੀਤਾ ਉਹ ਕੀ ਕੀਤਾ। ਅੰਮ੍ਰਿਤਸਰ ਦੇ ਵਿੱਚ ਸਾਡੇ ਨਾਲ ਜੇ ਅਸੀਂ ਕਹੀਏ ਸਿੱਖੀ ਨੇ ਕੀਤਾ, ਸਿੱਖੀ ਨਹੀਂ ਕੀਤਾ, ਸਿੱਖੀ ਦੇ ਕੁਝ ਲੀਡਰਾਂ ਨੇ ਸਾਡੇ ਨਾਲ ਕੀਤਾ। ਜੇ ਬਾਬਾ ਸਾਹਿਬ ਦੇ ਨਾਲ ਉਹਨਾਂ ਨੇ ਇਹ ਗੱਲ ਕੀਤੀ ਅਤੇ ਇਹਦਾ ਮਤਲਬ ਉਹਨਾਂ ਨੇ ਬਾਬਾ ਸਾਹਿਬ ਦੇ ਸਮਾਜ ਨੂੰ ਦੁਰਕਾਰਿਆ। ਬਾਬਾ ਸਾਹਿਬ ਇਸੇ ਕਰਕੇ
ਉਹਨਾਂ ਨੇ ਉਹ ਗੱਲ ਨੂੰ ਨਾ ਕਰ ਦਿੱਤੀ ਕਿ ਇਸ ਦੇ ਵਿੱਚ ਵੀ ਜਿਹੜਾ ਆ ਜਾਤ ਪਾਤ ਦਾ ਜਿਹੜਾ ਵਖੇਵਾ ਆ, ਉਹ ਕਿਸੇ ਨੂੰ ਰਵਿਦਾਸੀਆ ਸਿੱਖ, ਕਿਸੇ ਨੂੰ ਵਾਲਮੀਕੀ ਸਿੱਖ, ਜਾਂ ਕਿਸੇ ਨੂੰ ਮਜ਼੍ਹਬੀ ਸਿੱਖ, ਜਾਂ ਕਿਸੇ ਨੂੰ ਭੰਗੀ ਸਿੱਖ, ਕੋਈ ਨਾ ਕੋਈ ਉਹਨੂੰ ਜਿਹੜਾ ਨਾਮ ਦਿੱਤਾ ਗਿਆ ਆ। ਰਾਮਗੜੀਆ ਸਿੱਖ ਲਾ ਲਓ, ਕਿਉਂਕਿ ਅੱਜ ਜੇ ਸਾਡੇ ਗੁਰੂ ਘਰ ਬਣੇ ਹਨ ਇੰਗਲੈਂਡ ਦੀ ਧਰਤੀ ਨੇ, ਵਰਲਡ ਵਾਈਡ ਕਿਉਂ ਬਣੇ ਆ ਲੋਕਾਂ ਦੇ ਨਾਮਾਂ ਦੇ ਉੱਤੇ? ਕਿਉਂ ਬਣੇ ਵੱਖਰੇ? ਸਤਿਗੁਰੂ ਦਾਸ ਮਹਾਰਾਜ ਦੇ ਨਾਂ 'ਤੇ ਕਿਉਂ ਬਣੇ? ਕਿਉਂ ਬਣੇ ਸਤਿਗੁਰੂ ਕਬੀਰ ਜੀ ਦੇ ਮਹਾਰਾਜ ਦੇ ਉਹਨਾਂ ਦੇ ਨਾਂ ਦੇ ਆਪਣੇ ਭਵਨ? ਇਹ ਕਿਉਂ ਬਣੇ? ਕਿ ਇਸ ਕਰਕੇ ਕਿ ਇਹਨਾਂ ਲੋਕਾਂ ਨੇ ਸਾਨੂੰ ਐਕਸੈਪਟ ਨਹੀਂ ਕੀਤਾ। ਇੱਕ ਧਰਮ ਤਾਂ ਸੀਗਾ ਜਿਸ ਨੇ ਸਾਨੂੰ ਨਹੀਂ ਐਕਸੈਪਟ ਕੀਤਾ, ਉਸ ਨੂੰ ਬਾਬਾ ਸਾਹਿਬ ਨੇ ਲੱਤ ਮਾਰ ਦਿੱਤੀ। ਔਰ ਲੱਤ ਵੀ ਐਸੀ ਮਾਰੀ ਕਿ 14 ਅਕਤੂਬਰ ਜਿਹੜਾ ਆ 1956 ਦਾ ਦਿਨ, ਉਹ ਇਤਿਹਾਸਕ ਦਿਨ ਇਸ ਲਈ ਬਣ ਗਿਆ ਕਿ 3,65,000 ਬੰਦਾ, ਕਈ ਤਾਂ 6 ਲੱਖ ਕਹਿੰਦੇ, ਕੋਈ 8 ਲੱਖ ਕਹਿੰਦੇ, ਲੇਕਿਨ ਜੋ ਬੁੱਕ ਦੇ ਵਿੱਚ ਲਿਖਤ ਦੇ ਵਿੱਚ ਆਉਂਦਾ ਆ 3,65,000 ਲੋਕ ਜਿਹੜੇ ਉਸ ਦਿਨ ਉਹਨਾਂ ਨੇ ਨਾਗਪੁਰ ਦੇ ਵਿੱਚ ਦੀਕਸ਼ਾ ਲਈ ਸੀਗੀ। ਇਹ ਇੱਕ ਬਹੁਤ ਹੀ ਵੱਡੀ ਪਰਿਵਰਤਨ ਦੀ ਗੱਲ ਸੀਗੀ। ਅਤੇ ਅੱਜ ਮੈਂ ਇਹ ਗੱਲ ਇਸ ਦੇ ਨਾਲ ਇਹ ਤਰ ਗੱਲ ਕਰਨਾ ਚਾਹੁੰਦਾ, ਚਲੋ ਜੇ ਸਾਡੇ ਬੁੱਧਿਸਟ ਭਾਈਚਾਰਾ ਜੇ ਇਸ ਚੀਜ਼ ਨੂੰ ਸਮਝਦਾ ਹੁੰਦਾ ਜਾਂ ਸੋਚਦਾ ਹੁੰਦਾ ਜਾਂ ਇਸ ਦੇ ਵਿਆਖਣ ਕਰਦਾ ਜਾਂ ਇਸ ਦੇ ਉੱਤੇ ਫਿਲੋਸਫਰ ਬੈਠ ਕੇ ਇਹਦੇ ਉੱਤੇ ਗੱਲ ਵਿਚਾਰ ਕਰਦੀ, ਜਾਂ ਬੁੱਧ ਜਿਹੜੇ ਭਵਨ ਬਣੇ ਹਨ ਉਹਨਾਂ ਦੇ ਵਿੱਚ ਇਹ ਗੱਲ ਚੱਲਦੀ ਕਿ ਇਹ ਜਿਹੜਾ ਸਮਾਜ ਆ, ਰਵਿਦਾਸੀਆ ਸਮਾਜ ਜਾਂ ਭਗਵਾਨ ਵਾਲਮੀਕੀ ਸਮਾਜ ਆ, ਅਸੀਂ ਇਹਨਾਂ ਨੂੰ ਬੁੱਧਿਸਟ ਕਿਸ ਤਰ੍ਹਾਂ ਬਣਾਉਣਾ ਆ। ਕਿਉਂਕਿ ਇਹਨਾਂ ਦੇ ਵਿੱਚ ਦੂਸਰੀਆਂ ਕੌਮਾਂ ਨੇ ਕਿਸੇ ਨੇ ਬੁੱਧਿਸਟ ਨਹੀਂ ਬਣਨਾ। ਆ ਕੇ ਜੇ ਇੰਗਲੈਂਡ ਦੀ ਧਰਤੀ 'ਤੇ ਗੱਲ ਕਰੀਏ, ਕਿਸੇ ਨੇ ਨਹੀਂ ਬਣਨਾ। ਜੇ ਬਣ ਗਏ ਸਾਡਾ ਭਾਈਚਾਰਾ ਰਵਿਦਾਸੀਆ ਜਾਂ ਵਾਲਮੀਕੀਆ ਭਾਈਚਾਰਾ ਹੀ ਬੁੱਧਿਸਟ ਬਣੇਗਾ। ਇਹਨਾਂ ਦੇ ਕੋਲ ਇੰਨੀ ਤਾਕਤ ਨਹੀਂ ਸੀ ਕਿ ਬੈਠ ਕੇ ਕਿਤੇ ਵਿਚਾਰ ਗੋਸ਼ਟੀ ਕਰ ਸਕਦੇ ਕਿ ਵੀ ਤੁਸੀਂ ਦੂਸਰਾ ਧਰਮ ਨੂੰ ਅਡੋਪਟ ਕਰਨ ਦੀ ਬਜਾਏ ਤੁਸੀਂ ਅੰਬੇਡਕਰ ਬਾਬਾ ਸਾਹਿਬ ਨੇ ਜੋ ਸਾਨੂੰ ਰਸਤਾ ਦੱਸਿਆ ਆ, ਅਸੀਂ ਉਸ ਨੂੰ ਅਡੋਪਟ ਕਰ ਲਈਏ। ਹੋ ਸਕਦਾ ਸਾਰਾ ਸਮਾਜ ਮੰਨ ਜਾਂਦਾ, ਲੇਕਿਨ ਇਹ ਜਿਹੜੀ ਲੀਹ ਸੀ ਇਸ ਨੂੰ ਇਸ ਤਰ੍ਹਾਂ ਕਹਿ ਕੇ ਭੰਡਿਆ ਗਿਆ, ਇਹ ਰਵਿਦਾਸੀਏ ਅਤੇ ਅੰਬੇਡਕਰੀਏ ਆ ਵੱਖਰੇ ਆ, ਇਹ ਬੁੱਧ ਨੂੰ ਮੰਨਦੇ, ਅੰਬੇਡਕਰੀਏ ਬੁੱਧ ਨੂੰ ਮੰਨਦੇ, ਰਵਿਦਾਸੀਏ ਬੁੱਧ ਨੂੰ ਨਹੀਂ ਮੰਨਦੇ। ਰਵਿਦਾਸੀਏ ਡੇਰਾਵਾਦ ਨੂੰ ਮੰਨਦੇ, ਰਵਿਦਾਸੀਏ ਗੁਰੂ ਦਾਸ ਮਹਾਰਾਜ ਨੂੰ ਮੰਨਦੇ, ਰਵਿਦਾਸੀਏ ਸੰਤ ਗੁਰੂ ਕਬੀਰ ਜੀ, ਸਤਿਗੁਰੂ ਕਬੀਰ ਜੀ ਨੂੰ ਮੰਨਦੇ, ਸਦਨਾ ਜੀ ਨੂੰ ਮੰਨਦੇ ਆ। ਇਸ ਕਰਕੇ ਵਖੇਮਾ ਜਿਹੜੇ ਸਾਡੀਆਂ ਦੋ ਲਾਈਨਾਂ ਬਣਦੀਆਂ ਗਈਆਂ। ਅੱਜ 14 ਅਕਤੂਬਰ ਦਾ ਦਿਨ ਇਤਿਹਾਸਕ ਬਣਿਆ, ਅਤੇ ਜੇ ਰਵਿਦਾਸੀਆ ਸਮਾਜ ਦਾ ਜਨਗਣਨਾ ਦੇ ਵਿੱਚ ਨਾਮ ਲਿਖਿਆ ਜਾਂਦਾ, ਇੱਕ ਇਹ ਵੀ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਵੱਡੀ ਗੱਲ ਆ। ਉਹ ਦੇ ਵਿੱਚ ਵੀ ਇਹ ਇੱਕ ਲਿਖਿਆ ਜਾਵੇਗਾ। ਲੇਕਿਨ ਦਫਾੜ ਕਿਹਨਾਂ ਦੇ ਵਿੱਚ ਪਈ? ਉਹ ਹੈਲੋ ਨਾਮੋ ਬੁੱਧਾ, ਜੈ ਭੀਮ, ਜੈ ਗੁਰਦੇਵ, ਜੈ ਭਾਰਤ ਵਿੱਚ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੁੰਦੇ ਰਤੂ ਜੀ? ਮੈਂ ਤਾਂ ਪਹਿਲਾਂ ਤੁਹਾਨੂੰ ਦੋਨਾਂ ਨੂੰ ਲੱਖ ਲੱਖ ਵਧਾਈ ਦਿੰਦੀ ਆ ਕੱਲ ਦੀ 14 ਅਕਤੂਬਰ ਦੀ। ਜੀ ਤੁਹਾਨੂੰ ਵੀ ਜੀ। ਤੁਸੀਂ ਸਾਰੀ ਕਹਾਣੀ ਤਾਂ ਦੱਸ ਦਿੱਤੀ ਆ, ਪੂਰਾ ਨਹੀਂ ਦੱਸਿਆ। ਜਦੋਂ ਬਾਬਾ ਸਾਹਿਬ ਜੀ ਗਏ ਸੀ ਨਾ ਅੰਮ੍ਰਿਤਸਰ, ਉਹ ਸਿਰਫ ਇਸ ਕਰਕੇ ਹੀ ਗਏ ਸੀਗੇ ਕਿ ਮੈਂ ਇੱਥੇ ਇਕੱਠਾ ਹੋਣਾ ਆ ਜੀ। ਤਾਂ ਜਦੋਂ ਤੀਸਰੀ ਰਾਤ ਤੋਂ 4 ਵਜੇ ਉੱਠ ਖੜੇ ਹੋਏ, ਪਹਿਲਾਂ ਉਹਨਾਂ ਨੂੰ ਭਾਈ ਟੱਕਰਿਆ ਖਾਣਾ ਬਣਾਉਣ ਵਾਲਾ। ਹਾਂਜੀ। ਤੇ ਉਹ ਕਹਿੰਦਾ ਵੀ ਵੀਰਾ ਤੂੰ ਸਿੱਖ ਬਣ ਗਿਆ? ਕਹਿੰਦਾ ਹਾਂ ਜੀ। ਕਰ ਲਿਆ ਪੂਰਾ ਕੱਲ? ਕਹਿੰਦਾ ਪਾਲ ਲਿਆ। ਕਹਿੰਦਾ ਤੈਨੂੰ ਕਹਿੰਦੇ? ਕਹਿੰਦਾ ਮੈਨੂੰ ਝੀਰ ਕਹਿੰਦੇ ਆ। ਕਹਿੰਦਾ ਉਹ ਫੇਰ ਚਲ ਗਿਆ ਦਰਜੀ ਕੋ। ਕਹਿੰਦਾ ਵੀ ਤੂੰ ਕੱਪੜੇ ਪ੍ਰੈਸ ਕਰਦਾ? ਕਹਿੰਦਾ ਭਾਈਆਂ ਦੇ ਕੱਪੜੇ ਪ੍ਰੈਸ ਕਰਦਾ, ਉਹ ਨਹੀਂ ਪਾਉਣੇ ਆ। ਕਹਿੰਦਾ ਤੂੰ ਸਿੱਖ ਬਣ ਗਿਆ? ਕਿਰਪਾਨ ਪਾ ਲਈ? ਕਹਿੰਦਾ ਹਾਂ ਪਾ ਲਈ। ਕਹਿੰਦਾ ਤੈਨੂੰ ਸਿੱਖੀ ਤੈਨੂੰ ਹੋ ਤਾਂ? ਕਹਿੰਦਾ ਨਹੀਂ ਮੈਨੂੰ ਤਾਂ ਫੇਰ ਉਹੋ ਹੀ ਕਹਿੰਦੇ ਆ। ਫੇਰ ਚਲੇ ਗਿਆ ਉਹ ਆਪਣੇ ਕੋਲ, ਦੂਏ ਕੋਲ, ਕਿਹਨੂੰ ਕੀ ਖਾਣਾ ਬਣਾਉਣ ਵਾਲਿਆਂ ਕੋਲ ਜਾਂ ਕਿਸੇ ਕੋਲ ਵੀ। ਚਲੋ ਹਾਂਜੀ ਇੱਕ ਮਿੰਟ, ਉਹ ਲੱਗਾ ਸੀਗਾ ਵਿਚਾਰਾ ਡੋਰਾ ਲਾਉਣ। ਕਹਿੰਦਾ ਤੂੰ ਤੜਕੇ ਕੰਮ ਕਰਦਾ? ਕਹਿੰਦਾ ਤੇ ਸੰਗਤ ਆਉਣ ਲੱਗ ਪੈਂਦੀ। ਕਹਿੰਦਾ ਤੂੰ ਸਿੰਘ ਬਣ ਗਿਆ? ਕਹਿੰਦਾ ਬਣ ਗਿਆ ਜੀ। ਤਾਂ ਉਹ ਕਹਿੰਦਾ ਤੈਨੂੰ ਕੀ ਕਹਿੰਦੇ ਆ? ਕਹਿੰਦਾ ਮੈਨੂੰ ਤਖਾਣ ਕਹਿੰਦੇ ਆ। ਫੇਰ ਚਲੇ ਗਿਆ ਆ ਧਰਮੀ ਕੋਲ। ਕਹਿੰਦਾ ਵੀ ਤੂੰ ਸਰਦਾਰ ਸਿੰਘ ਬਣ ਗਿਆ ਆ, ਤੂੰ ਕੀ ਕਰਦਾ ਆ? ਮੈਂ ਬਣ ਤਾਂ ਗਿਆ ਪਰ ਮੈਨੂੰ ਤਾਂ ਮੈਂ ਆ ਧਰਮੀ ਕਹਿੰਦੇ। ਮਗਰੋਂ ਵਿਚਾਰੇ ਵਾਲਮੀਕੀ ਕੋ ਚਲੇ ਗਿਆ। ਕਹਿੰਦਾ ਵੀ ਤੂੰ ਤਾਂ ਬੜਾ ਝਾੜੂ ਮਾਰਦਾ ਆ, ਅੱਜ ਤੂੰ ਸਿੱਖ ਬਣ ਗਿਆ? ਕਹਿੰਦਾ ਹਾਂਜੀ। ਕਹਿੰਦਾ ਤੈਨੂੰ ਕੀ ਕਹਿੰਦੇ ਆ? ਕਹਿੰਦਾ ਮੈਨੂੰ ਤਾਂ ਮਜ਼੍ਹਬੀ ਆ ਸਿੱਖ ਕਹਿੰਦੇ। ਉੱਥੋਂ ਬਾਬਾ ਸਾਹਿਬ ਜੀ ਨੇ ਕੰਧ 'ਚ ਸਿਰ ਮਾਰਿਆ, ਉਹਨੇ ਸਿਰ ਪਾੜ ਲਿਆ। ਇਹ ਇੱਥੇ ਤਾਂ ਹਿੰਦੂਆਂ ਨਾਲੋਂ ਵੀ ਭੈੜਾ ਆ ਜੀ। ਮੈਂ ਵੀ ਬਹੁਤ ਇੱਜ਼ਤ ਕਰਦੀ ਆ ਗੁਰੂ ਨਾਨਕ ਜੀ ਦੀ, ਪਰ ਗੁਰੂ ਨਾਨਕ ਦਾ ਦੇ ਵਿੱਚ ਤਾਂ ਨਹੀਂ ਕਸੂਰ ਤਾਂ ਸੰਗਤ ਦਾ ਹੈ ਨਾ। ਮੈਂ ਇੱਕ ਜ਼ਰੂਰ ਕਹਿੰਦੀ ਆ, ਦੇਖੋ ਇੰਡੀਆ 'ਚ ਹੁਣ ਕਿੰਨੀ ਅੱਗ ਲੱਗੀ ਆ ਲੜਕੀ ਦੀ, ਆਹ ਸਾਰਿਆਂ ਦੀ। ਉਹਦੇ ਵਿੱਚ ਗੱਲ ਕੀ ਆ
ਕਿ ਆਪਾਂ ਇੱਕ ਦੂਏ ਦੀ ਇੱਜ਼ਤ ਨਹੀਂ ਕਰਦੇ ਜੀ। ਜੇ ਉਹ ਲੜਕੀ ਠੀਕ। ਸਾਰੇ ਭਾਰਤ ਦੀ ਆ। ਹਾਂਜੀ ਓਕੇ ਭੈਣ ਜੀ ਰਤੂ ਜੀ ਬਹੁਤ ਬਹੁਤ ਧੰਨਵਾਦ। ਹੈਲੋ ਜੈਗਦੇਵ ਜੀ। ਹੈਲੋ ਜੈਗਦੇਵ ਜੀ। हाँ जी, मेरा नाम जोगिंदर सिंह है जी। ਹਾਂਜੀ ਸਾਹਿਬ ਜੀ ਕਿੱਥੋਂ ਬੋਲ ਰਹੇ ਜੀ? हाँ जी, ਕਿੱਥੋਂ ਬੋਲ ਰਹੇ ਜੀ? ਮੈਂ ਕਿਹਾ ਵੀਰ ਜੀ ਕਿੱਥੋਂ ਬੋਲ ਰਹੇ ਹੋ? मैं वैम्बली तो बोलता ਹਾਂਜੀ ਬੈਂਬਲੀ ਤੋਂ ਬੋਲ ਰਹੇ, ਕੀ ਕਹਿਣਾ ਚਾਹੁੰਦੇ ਹੋ? वैम्बली तो बोलता जी, मेरा नाम जोगिंदर सिंह है। ਹਾਂਜੀ ਵੀਰ ਜੀ ਮੈਂ ਕਿਹਾ ਗੱਲ ਕਰੋ, ਤੁਸੀਂ ਲਾਈਵ ਕਾਲ ਦੇ ਉੱਤੇ ਹੋ ਤੇ ਟੈਲੀਵਿਜ਼ਨ ਬੰਦ ਕਰੋ ਪਲੀਜ਼, ਆਪਣੀ ਗੱਲ ਕਰੋ। ਕੋਈ ਗੱਲ ਨਹੀਂ, ਹਾਂਜੀ ਗੱਲ ਕਰੋ। हाँ जी, मेरा नाम है जी जोगिंदर सिंह। ਹਾਂਜੀ ਹਾਂਜੀ ਪਤਾ ਲੱਗ ਗਿਆ ਜੀ। ਹਾਂਜੀ अच्छा, मैं ये कहना चाहुंदा हां ਜੀ कि रब नूं परमात्मा नूं पाउण वास्ते किसी रिलीजन दी जरूरत नहीं जी, किसी धर्म दी जरूरत नहीं जी। ਜੀ मैं देखिया कि बहुत सारे धर्मां दे विच रब दे बारे ते लिखिया, पर ये नहीं दस्सिया ਜੀ कि कदी कोई दस्सी भी तुसीं रब नूं किद्दां पै सकदे हो। ਜੀ रब सिर्फ अवतारां वास्ते ही नहींगा, हर इंसान वास्ते आ। ਜੀ परमात्मा दा एक अंश हर एक ठीक। जीव दे विच आ। ਤਾਂ ਇਹ ਜੋਗਿੰਦਰ ਉਹ ਸਿੰਘ ਜਿਹੜਾ ਜੋਗਿੰਦਰ ਸਿੰਘ ਜੀ परमात्मा दा अंश आ, ਉਹ परमात्मा ਦੀ ਜਿਹੜੀ ਪਾਵਰ ਉਹਦੇ ਨਾਲ ਕਨੈਕਟ ਕਰਨ ਦੀ ਜ਼ਰੂਰਤ ਹੈ। ਜੀ ਧੰਨਵਾਦ ਜੀ ਜੋਗਿੰਦਰ ਸਿੰਘ ਜੀ। ਕਿਉਂਕਿ ਸਾਡਾ ਬ੍ਰੇਕ ਦਾ ਟਾਈਮ ਹੋ ਚੁੱਕਾ, ਅਸੀਂ ਬ੍ਰੇਕ ਤੇ ਜਾਣਾ ਹੈ ਕਿਉਂਕਿ ਟਾਈਮ ਕਿਸੇ ਦੀ ਵੇਟ ਨਹੀਂ ਕਰਦਾ ਤੇ ਟਾਈਮ ਦੇ ਮੁਤਾਬਕ ਸਾਨੂੰ ਬ੍ਰੇਕ ਲੈਣੀ ਪੈਣੀ ਆ ਤੇ ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਨੇ ਆ। ਸਾਡਾ ਨੰਬਰ 020363000610 ਆ, ਤੁਸੀਂ ਲਾਈਵ ਕਾਲ ਕਰਕੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ। ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ। ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ। ਜਿਸ ਤਰ੍ਹਾਂ ਕਿ ਅਸੀਂ ਗੱਲ ਕਰਦੇ ਸੀ ਕਿ ਸਾਡੇ ਭਾਜੀ ਸਾਡੇ ਜੋਗਿੰਦਰ ਸਿੰਘ ਉਹਨਾਂ ਨੇ ਹੈਲੋ ਜੈ ਗੁਰਦੇਵ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਜੈ ਗੁਰਦੇਵ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਵੈਂਬਲੀ ਤੋਂ ਬੋਲ ਰਿਹਾ ਜੀ। ਮੇਰਾ ਨਾਮ ਜੋਗਿੰਦਰ ਸਿੰਘ ਡਾਂਗਾ ਤੇ ਮੈਂ ਪਹਿਲਾਂ ਵੀ ਸ਼ੁਰੂ ਕੀਤੀ ਗੱਲ, ਪਰ ਤੁਸੀਂ ਕੱਟ ਦਿੱਤੀ, ਮੈਨੂੰ ਸਮਝ ਨਹੀਂ ਆਈ ਕਿ ਕਿਉਂ। ਨਹੀਂ ਕੱਟਣ ਦਾ ਵੀਰ ਜੀ, ਸਾਡੀ ਜਿਹੜੀ ਬ੍ਰੇਕ ਦਾ ਟਾਈਮ ਪੱਕਾ ਹੁੰਦਾ, ਬ੍ਰੇਕ ਹੋਈ ਸੀ ਇਸ ਕਰਕੇ ਕੱਟੀ ਨਹੀਂ ਅਸੀਂ, ਬ੍ਰੇਕ ਹੋਈ ਸੀ। ਹੁਣ ਗੱਲ ਕਰੋ, ਜਿਹੜੀ ਗੱਲ ਕਰਨੀ ਕਰੋ, ਮੈਂ ਜਵਾਬ ਦਊਂਗਾ ਉਹਦਾ। ਹਾਂਜੀ ਮੈਂ ਇਹ ਕਹਿਣਾ ਜੀ ਕਿ ਪਰਮਾਤਮਾ ਨੂੰ ਮਿਲਣ ਵਾਸਤੇ ਜੀ ਕਿਸੇ ਨੂੰ ਧਰਮ ਬਦਲਣ ਦੀ ਜ਼ਰੂਰਤ। ਜਿਹੜੇ ਧਰਮ ਵਿੱਚ ਤੁਸੀਂ ਪੈਦਾ ਹੋਏ ਹੋ ਉਹ ਬਿਲਕੁਲ ਠੀਕ ਆ, ਪਰਮਾਤਮਾ ਨੇ ਕੋਈ ਗਲਤੀ ਨਹੀਂ ਕੀਤੀ। ਇਹ ਕੌਮਾਂ ਜਿਹੜੀਆਂ ਨੇ ਇਹ ਬਣਾਈਆਂ ਨੇ, ਬੰਦੇ ਨੇ ਬਣਾਈਆਂ ਨੇ। ਕੋਈ ਕੌਮ ਨੀਚੀ ਨਹੀਂ ਗੀ ਤੇ ਕੋਈ ਕੌਮ ਉੱਚੀ ਨਹੀਂ ਗੀ। ਪਰਮਾਤਮਾ ਜਿਹੜਾ ਉਹ ਜਿੰਨਾ ਗੁਰੂ ਨਾਨਕ ਦਾ ਵੈ, ਜਿੰਨਾ ਦੂਸਰਿਆਂ ਦਾ, ਉਹਨਾਂ ਹੀ ਸਾਡਾ ਹਰ ਇੱਕ ਦਾ ਪਰਮਾਤਮਾ ਹੈਗਾ। ਸਿਰਫ ਚੀਜ਼ ਇਹ ਆ ਕਿ ਤਕਨੀਕ ਹੋਣੀ ਚਾਹੀਦੀ ਹੈ ਕਿ ਪਰਮਾਤਮਾ ਨੂੰ ਕਿੱਦਾਂ ਮਿਲਿਆ ਜਾ ਸਕੇ ਜੀ। ਨੰਬਰ 1 ਇਹ ਗੱਲ ਹੈਗੀ, ਪਹਿਲਾਂ ਪਤਾ ਹੋਣਾ ਚਾਹੀਦਾ ਪਰਮਾਤਮਾ ਹੈ ਕੀ ਆ ਜੀ। ਹਾਂਜੀ, ਪਰਮਾਤਮਾ ਜਿਹੜਾ ਦੇਖੋ ਤੁਸੀਂ, ਜਿਹੜਾ ਯੂਨੀਵਰਸ ਆ ਨਾ ਉਹ ਖੰਡਾਂ 'ਚ ਵੰਡਿਆ। ਇਹਨੂੰ ਪ੍ਰਿਥਵੀ ਲੋਕ ਕਹਿੰਦੇ ਨੇ। ਬਹੁਤ ਵੱਡਾ ਯੂਨੀਵਰਸ ਆ। ਉਹਦੇ ਬਾਅਦ ਆਉਂਦਾ ਵੈ ਸੂਖਸ਼ਮ ਖੰਡ, ਫਿਰ ਕਰਨ ਖੰਡ, ਫਿਰ ਗਿਆਨ ਖੰਡ, ਫਿਰ ਸੱਚਖੰਡ ਸ਼ੁਰੂ ਹੁੰਦਾ ਤੇ ਪਹਿਲਾ ਸੱਚਖੰਡ ਦਾ ਜਿਹੜਾ ਪਲਾਨ ਹੈਗਾ ਉਹ ਆਤਮਾ ਲੋਕ ਹੈ। ਸਾਨੂੰ ਆਤਮਾ ਲੋਕ ਵਿੱਚ ਪਹੁੰਚਣ ਵਾਸਤੇ ਪਰਮਾਤਮਾ ਦੀ ਜਿਹੜੀ ਪਾਵਰ ਆ ਉਹ ਉੱਪਰੋਂ ਆਉਂਦੀ ਆ, ਨਾਮੀ ਲੋਕ ਚੋਂ ਸਾਰੇ ਪਾਸੇ ਫੈਲਦੀ ਆ, ਗਾਡ ਦੀ ਬਾਡੀ ਦੇ ਵਿੱਚ ਆ ਇਸ ਵੇਲੇ। ਪਰ ਫਰਕ ਇਹ ਆ ਵੀ ਅਸੀਂ ਸਮਝਦੇ ਨਹੀਂ ਕੀ ਹੈ ਕਿ ਤੁਸੀਂ ਆਪਣੇ ਮੱਥੇ ਦੇ ਨਹੀਂ ਮੈਂ ਇੱਕ ਗੱਲ ਵੀਰ ਜੀ ਰੱਖ ਕੇ ਉੱਥੇ ਜਿੱਥੇ ਸੋਲ ਦਾ ਆਸਣ ਹੈਗਾ, ਕੋਈ ਵਰਡ ਹੈ ਨਹੀਂ ਭਾਜੀ, ਗੱਲ ਮੇਰੀ ਵੀਰ ਜੀ ਗੱਲ ਸੁਣੋ ਮੇਰੀ ਜੋਗਿੰਦਰ ਸਿੰਘ ਜੀ। ਕਿ ਉੱਥੇ ਧਿਆਨ ਧਰ ਕੇ ਭਾਜੀ ਗੱਲ ਸੁਣੋ ਵੀਰ ਜੀ, ਗੱਲ ਤਾਂ ਸੁਣੋ। ਹਰ ਯੂਨੀਵਰਸ ਦੀ ਸੌਰੀ ਹਾਂਜੀ ਭਾਜੀ ਆਪਣੇ ਹਾਂਜੀ ਪਲੀਜ਼ ਗੱਲ ਰਿਲੀਜਨ ਵਿੱਚ ਇਹ ਸੋਲ ਦਾ ਨਾਮ ਹੈਗਾ। ਹਾਂਜੀ ਹੈਲੋ ਹਾਂਜੀ ਥੈਂਕ ਯੂ ਵੈਰੀ ਮੱਚ ਭਾਜੀ। ਤੁਸੀਂ ਗੱਲ ਜਦੋਂ ਕਰੀਦੀ ਹੈ ਗੱਲ ਦਾ ਜਵਾਬ ਵੀ ਲਈਦਾ ਹੈ, ਗੱਲ ਕੈਰੀ ਔਨ ਨਹੀਂ ਰੱਖੀਦੀ, ਗੱਲ ਦਾ ਜਵਾਬ ਲਈਦਾ ਹੁੰਦਾ। ਹੈਲੋ ਜੈਗਦੇਵ ਜੀ। ਹੈਲੋ 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 ਹਾਂਜੀ ਹੈਲੋ ਹਾਂਜੀ ਜੈਗਦੇਵ SR ਗਰੇਵਾਲ। ਹਾਂਜੀ ਗਰੇਵਾਲ ਜੀ। ਹਾਂਜੀ ਗਰੇਵਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਿਹੜਾ ਰੱਬ ਦਾ ਮਸਲਾ ਇੱਕ ਗੁੰਝਲਦਾਰ ਬੁਝਾਰਤ ਹੈ। ਹਾਂਜੀ ਇਹ ਪੰਡਤਾਂ ਤੋਂ, ਪੜ੍ਹਦਿਆਂ ਤੋਂ,
ਸ਼ੁਰੂਆਤ ਹੋਈ ਆ ਜੀ ਔਰ ਇਹ ਸਾਰਿਆਂ ਧਰਮਾਂ ਵਿੱਚ ਫੈਲ ਗਈ ਆ ਜੀ। ਇਹ ਬਹੁਤ ਵੱਡਾ ਕੋਡ ਸੀ। ਬਾਬਾ ਸਾਹਿਬ ਅੰਬੇਦਕਰ ਨੂੰ ਪਤਾ ਸੀ ਸਾਰੀਆਂ ਗੱਲਾਂ ਦਾ ਜੀ। ਉਹ ਫੇਰ ਵੀ ਸਿੱਖ ਧਰਮ ਦੇ ਲਈ ਇੱਥੇ ਅੰਮ੍ਰਿਤਸਰ ਆਇਆ ਸੀ। ਪੰਡਤ ਬਖਸ਼ੀ ਰਾਮ ਆਏ ਸੀ ਹਾਂਜੀ, ਆਇਆ ਨਹੀਂ, ਆਏ ਸੀ ਹਾਂਜੀ। ਕੱਲ ਨੂੰ ਜਿਹਨੂੰ ਮਿਲਿਓ ਪੰਡਤ ਬਖਸ਼ੀ ਰਾਮ ਨੂੰ ਉਹਨਾਂ ਨੇ ਜੀ। ਜੋ ਕੱਲ ਨੂੰ ਪੰਡਤ ਬਖਸ਼ੀ ਰਾਮ ਜੀ ਗਿਆ, ਉਹ ਦਰਸ਼ਨੀ ਡੇਅਰੀ ਦੇ ਪੰਡਤ ਜੀ ਨੂੰ ਵੰਡ ਨਾ ਸੀ ਦਿੱਤਾ। ਕਿਉਂ ਨਹੀਂ ਸੀ ਵੰਡ ਦਿੱਤਾ? ਕਰਕੇ ਪੰਡਤ ਜੀ ਜਾਤੀ ਦੇ ਸੀ ਜਿਨ੍ਹਾਂ ਦਾ ਵਾਲਮੀਕੀ ਸਮਾਜ ਨੂੰ ਵਾਲਮੀਕੀ ਸਮਾਜ ਦੇ ਸਨ। ਹਾਂਜੀ। ਕੋਈ ਬੰਦਾ ਸ਼ੂਤੀ ਦਾ ਕਿੱਡਾ ਵੀ ਵੱਡਾ ਬਣ ਜਵੇ, ਕੋਈ ਵੀ ਧਰਮ ਜੇ ਨਾ ਸੀ ਲੱਗਣ ਦਿੰਦਾ। ਨਹੀਂ, ਤੁਸੀਂ ਜਿਹੜੀ ਬਾਬਾ ਸਾਹਿਬ ਦੀ ਸਾਡੇ ਧਰਮ ਨਫ਼ਰਤ ਕਰਦੇ, ਸਾਡੇ ਲੋਕ ਆਪਸ ਵਿੱਚ ਹੀ ਮਿਲਣ ਲਈ ਇੱਕ ਦੂਸਰੇ ਨੂੰ ਵੱਡਾ ਸਮਝਦੇ, ਤਾਂ ਫੇਰ ਅਸੀਂ ਕੀ ਆ ਜੀ। ਧੰਨਵਾਦ ਜੀ। ਮੈਂ ਤੰਗ ਹੋ ਕੇ ਇੱਕ ਕਵਿਤਾ ਲਿਖੀ ਸੀ, ਮੰਦਿਰ ਮਸਜਿਦਾਂ ਚਰਚਾਂ ਗੁਰਦੁਆਰਿਆਂ ਨੂੰ ਹੱਥੀਂ ਆਪਣੀ ਪਾਣੀ ਵਿੱਚ ਰੋੜ ਦੇਵੋ ਜੀ। ਇਹਨਾਂ ਧਰਮ ਸਥਾਨਾਂ ਦੀ ਗੰਢ ਖੋਲੋ, ਜੇਕਰ ਸੱਚ ਦੀ ਗੰਢ ਨੂੰ ਗੰਢਣਾ ਹੈ, ਨੇਕੀ ਕਰਨੀ ਤੇ ਪੁੱਛਣ ਦੀ ਲੋੜ ਕੀ ਹੈ, ਝੂਠਾ ਪਾਰਟੀਬਾਜ਼ੀ ਦਾ ਭੰਨਣਾ ਹੈ। ਧੰਨਵਾਦ ਜੀ, ਥੈਂਕ ਯੂ, ਧੰਨਵਾਦ ਜੀ ਗਰੇਵਾਲ ਜੀ, ਬਹੁਤ ਬਹੁਤ ਧੰਨਵਾਦ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੱਲ ਦਾ ਜਿਹੜਾ ਦਿਨ ਕਿਉਂ ਮਹੱਤਵ ਸੀ, ਅਸੀਂ ਉਸ ਦੇ ਉੱਤੇ ਚਰਚਾ ਕਰਨ ਲਈ ਬੈਠੇ ਹਾਂ, ਜਾਂ ਕੱਲ ਨੂੰ ਜਿਹੜਾ ਦਿਨ ਆ ਰਿਹਾ ਆ ਉਹਦੇ ਉੱਤੇ ਚਰਚਾ ਕਰਨੀ ਆ। ਉਸ ਦੇ ਬਾਰੇ ਜੇ ਕਿਸੇ ਵੀ ਭੈਣ ਭਰਾ ਕੋਲ, ਸਾਡੇ ਵੀਰ ਦੇ ਕੋਲ ਕੋਈ ਵੀ ਵਿਚਾਰ ਹਨ ਤਾਂ ਉਸ ਦੇ ਉੱਤੇ ਸਾਡੇ ਨਾਲ ਗੱਲਬਾਤ ਕਰੋ, ਜ਼ਰੂਰ ਕਰੋ। ਲੇਕਿਨ ਜਿਹੜੀ ਵੀ ਗੱਲ ਤੁਸੀਂ ਉੱਦਾਂ ਵੀ ਕਰਦੇ ਆ, ਤੁਸੀਂ ਗੱਲ ਕਰੋ, ਉਹਦਾ ਜਵਾਬ ਵੀ ਜ਼ਰੂਰ ਸੁਣੋ, ਕਿਉਂਕਿ ਇੰਨੀ ਕੁ ਗੱਲ ਸਾਡੇ 'ਚ ਇੰਨੀ ਕੁ ਹਿੰਮਤ ਹੈਗੀ ਆ ਕਿ ਅਸੀਂ ਤੁਹਾਨੂੰ ਜਵਾਬ ਸਹੀ ਤਰੀਕੇ ਦੇ ਨਾਲ ਦੇ ਸਕਾਂਗੇ। ਹਾਂਜੀ ਚੌਹਾਨ ਜੀ। ਦੇਖੋ ਜੀ, ਗੱਲ ਅਸੀਂ ਮੇਨ ਸਾਡਾ ਮੁੱਦਾ ਸੀਗਾ ਵੀ ਬਾਬਾ ਸਾਹਿਬ ਜੀ ਨੇ, ਪਹਿਲੀ ਗੱਲ ਤਾਂ ਅਸੀਂ ਇੱਥੇ ਇੱਕ ਰੱਬ ਦੀ ਗੱਲ ਜਿਹੜੀ ਰੱਬ ਗੁੰਝਲਦਾਰ ਬੁਝਾਰਦਾ, ਰੱਬ ਗੋਰਖ ਧੰਦਾ ਉਜਲ ਲੱਗਿਆ ਭੇਦ ਉਸਦਾ ਕਾਫਰ ਹੋ ਜਾ ਬੰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਇੱਥੇ ਰੱਬ ਵਾਲੇ ਕਿਉਂਕਿ ਇੱਕ ਬਹੁਤ ਹੀ ਇੱਕ ਟੈਕਨੀਕਲ ਪੁਆਇੰਟ ਆ। ਬਾਕੀ ਨਾ ਅਸੀਂ ਧਰਮ ਨੂੰ ਕੋਈ ਛੋਟਾ ਵੱਡਾ ਕਹਿਣ ਲਈ ਇੱਥੇ ਗੱਲ ਕਰ ਰਹੇ। ਮੇਨ ਚੀਜ਼ ਤਾਂ ਇਹ ਹੈਗੀ, ਬਾਬਾ ਸਾਹਿਬ ਜੀ ਨੇ ਆਪਣੇ ਹਿਸਾਬ ਦੇ ਨਾਲ ਉਹਨਾਂ ਨੇ ਜੇ ਕਿ ਹਿੰਦੂ ਧਰਮ ਦੇ ਵਿੱਚ ਉਹਨਾਂ ਨੂੰ ਕੋਈ ਗੱਲ ਨਹੀਂ ਮਿਲੀ ਸੀ ਤੇ ਤਾਂ ਉਹ ਕੋਸ਼ਿਸ਼ ਸੀ ਉਹਨਾਂ ਦੀ। ਸਾਡਾ ਮਤਲਬ ਇਹ ਆ ਵੀ ਅੱਜ ਅਸੀਂ ਗੱਲ ਕਰ ਰਹੇ ਹਾਂ ਵੀ ਹਿੰਦੂ ਸਿੱਖ ਲਈ ਅੱਜ ਤੱਕ ਵੋਟਾਂ ਬਣਾਉਣ ਲਈ ਜਨਗਣਨਾ ਦੀ ਗੱਲ ਕਰ ਸਕਦੇ ਹਾਂ। ਜੇ ਕਿਤੇ ਇਹ ਇੱਕ ਦੂਜੇ ਨਾਲ ਰਲ ਜਾਂਦੇ, ਸਾਡੇ ਮਿਕਸ ਹੋ ਜਾਂਦੇ, ਤਾਂ ਇਹ ਇੱਕ ਨਕਸ਼ਾ ਹੀ ਕੁਝ ਹੋਰ ਹੋਣਾ ਸੀ। ਹੈਲੋ ਜੈਗਦੇਵ ਜੀ। ਹੈਲੋ ਹੈਲੋ ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਮਹਾਰਾਜ ਜੀ, ਮੈਂ ਸੋਢੀਲਾਲ ਬੰਗਰ ਬੋਲਦਾ ਵਾਲ ਸਾਹਿਬ ਤੋਂ। ਮੈਂ ਸਿਰਫ ਇਹੀ ਗੱਲ ਕਹਿਣੀ ਚਾਹੁੰਦਾ ਹਾਂ ਜੀ, ਜਿਹੜੇ ਹੈ ਨਾ ਆਪਣੇ ਹਰਮੰਦਰ ਸਾਹਿਬ ਆ, ਜਿਹੜੇ ਸਰਦਾਰ ਜੀ ਆ, ਸਿੱਖਾਂ ਨੂੰ ਆਪਾਂ ਕਹਿੰਦੇ ਹੈਗੇ ਆ, ਹਾਂਜੀ, ਜੇਕਰ ਦੇਖਿਆ ਜਾਵੇ ਤਾਂ ਬੋਟਮ ਲਾਈਨ ਦੇ ਆਰ ਆਲਸੋ ਦਲਿਤ ਜੀ। ਕਿਉਂਕਿ ਜਦੋਂ ਸਿੱਖੀਜ਼ਮ ਸਟਾਰਟ ਹੋਇਆ ਸੀਗਾ ਉਦੋਂ ਪੰਜ ਪਿਆਰੇ ਬਣਾਏ ਸੀ ਕਿ ਕੌਣ ਉੱਥੇ ਮੋਹਰੇ ਹੋਏ ਸੀਗੇ ਜੀ। ਹੁਣ ਤਾਂ ਕਹਿੰਦੇ ਆ ਵੀ ਇਹ ਹੋ ਗਿਆ ਜੀ ਇਸ ਵੇਲੇ ਠੀਕ, ਉਹ ਆਪਣੇ ਆਪ ਨੂੰ ਉੱਚ ਜਾ ਦੇ ਸਕਦੇ ਆ। ਉੱਥੇ ਜਿਹੜੇ ਵਾਲਮੀਕੀ ਉਹਨਾਂ ਨੂੰ ਬਣ ਦਿੰਦੇ, ਉੱਥੇ ਜਿਹੜੇ ਅੱਜ ਸਾਡੇ ਰਾਜਕੁਮਾਰ ਹੈਗੇ ਉਹਨਾਂ ਨੂੰ ਬਣ ਦਿੰਦੇ। ਦੈਟਸ ਆਲ ਆਈ ਹੈਵ ਟੂ ਸੇ। ਹੋਰ ਦੂਸਰੀ ਗੱਲ ਇਹ ਮੈਂ ਕਰਨੀ ਚਾਹੁੰਦਾ ਵੀ ਜਦੋਂ ਤੁਹਾਡੇ ਨਾਲ ਕੋਈ ਬੰਦਾ ਗੱਲ ਕਰਦਾ ਹੁੰਦਾ, ਉਹ ਬੰਦੇ ਤੁਸੀਂ ਗੱਲ ਸੁਣਿਆ ਕਰੋ ਜੀ। ਉਹ ਤੁਸੀਂ ਇੱਕਦਮ ਨਾ ਕਰਿਆ ਕਰੋ ਲਓ ਵੀ ਕੱਟ ਆਫ ਕਰ ਕਰੇਗਾ। ਓਕੇ ਜੀ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਵੈਰੀ ਮੱਚ ਵੀਰ ਜੀ। ਦੇਖੋ ਵੀਰ ਜੀ, ਮੈਂ ਤੁਹਾਨੂੰ ਨਵੀਂ ਗੱਲ ਕਰਨੀ ਚਾਹੁੰਦਾ, ਕਿਉਂਕਿ ਅਸੀਂ ਕੱਟ ਆਫ ਨਹੀਂ ਕਰਦੇ। ਕੋਈ ਟਾਈਮ ਦੀ ਜਿਹੜੀ ਲਿਮਿਟ ਹੁੰਦੀ ਆ, ਜਦੋਂ ਅਸੀਂ ਇੱਕ ਗੱਲ ਨੂੰ ਲੰਬੀ ਇੱਕ ਗੱਲ ਨੂੰ ਨਿਚੋੜਦੇ, ਜਿਹੜੀ ਗੱਲ ਤੇ ਉੱਤੇ ਮੁੱਦੇ ਤੇ ਅਸੀਂ ਗੱਲ ਕਰਾਂਗੇ, ਗੱਲ ਸਾਡੇ ਵੀ ਜਿਹੜਾ ਟਾਈਮ ਆ, ਜਿਹੜਾ ਸਾਡੇ ਕੋਲ 1 ਘੰਟੇ ਦਾ ਵੀਰਵਾਰ ਹੁੰਦਾ, 1 ਹਫ਼ਤੇ ਬਾਅਦ, ਸਾਡੀ ਵੀ ਬਹੁਤ ਮਜਬੂਰੀ ਹੈ। ਤੁਹਾਨੂੰ ਵੀ ਇਹ ਮੇਰਾ ਵੀਰ, ਮੇਰੇ ਖਿਆਲ ਤੁਸੀਂ ਸਮਝਦੇ ਹੋਵੋਗੇ ਇਸ ਗੱਲ ਨੂੰ ਵੀ। ਅਸੀਂ ਕਿਸੇ ਨੂੰ ਕੱਟ ਆਫ ਨਹੀਂ ਕਰਦੇ। ਮੈਂ ਕਹਿੰਦਾ ਕੋਈ ਨਾ ਵੀ ਡਿਬੇਟ, ਕਿਸੇ ਨੇ ਵੀ ਕੋਈ ਗੱਲ ਤੇ ਕਿਸੇ ਤੇ ਵੀ ਗੱਲ ਕਰਨੀ ਆ, ਉਸ ਦੇ ਲਈ ਅਸੀਂ ਦੋਨੇ ਭਰਾ ਬੈਠੇ ਆ। ਅਸੀਂ ਜਵਾਬ ਜਿੱਥੇ ਤੱਕ ਵੀ ਹੋ ਸਕਿਆ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ, ਔਰ ਜਵਾਬ ਅਸੀਂ ਉਹਦਾ ਸੁਣਨ ਨੂੰ ਵੀ ਤਿਆਰ ਹਾਂ ਕਿ ਜੇ ਚੰਗੀ ਚੀਜ਼ ਆ, ਜੇ ਕਹਿੰਦੇ ਕਿਸੇ ਵੀ ਧਰਮ ਦੇ ਵਿੱਚ ਕੋਈ ਚੰਗੀ ਚੀਜ਼ ਆ ਤਾਂ ਉਹਨੂੰ ਗ੍ਰਹਿਣ ਕਰਨ ਦੇ ਵਿੱਚ ਕੋਈ ਹਰਜ ਨਹੀਂ। ਜੇ ਕਿਸੇ ਧਰਮ ਦੀ ਕੁਰੀਤੀ ਆ ਤਾਂ ਉਹਨੂੰ ਛੱਡਣ ਦੇ ਵਿੱਚ ਵੀ ਕੋਈ ਗਰੇਜ ਨਹੀਂ ਕਰਨਾ ਚਾਹੀਦਾ, ਉਸ ਨੂੰ ਵੀ ਛੱਡ ਦੇਣਾ ਚਾਹੀਦਾ ਆ। ਕਿ ਇਸੇ ਕਰਕੇ ਬਾਬਾ ਸਾਹਿਬ ਨੇ ਇਸ ਕਰਕੇ ਕਿਹਾ ਸੀ, ਮੈਂ ਪੈਦਾ ਜ਼ਰੂਰ ਹਿੰਦੂ ਹੋਇਆ, ਮੈਨੂੰ ਮੇਰੇ ਵੱਸ ਦੀ ਗੱਲ ਨਹੀਂ, ਹਿੰਦੂ ਰਹਿ ਕੇ ਮਰਾਂਗਾ ਨਹੀਂ, ਮੇਰੇ ਵੱਸ ਦੀ ਗੱਲ ਹੈ। ਇਹੀ ਅੱਜ ਰਵਿਦਾਸੀਆ ਸਮਾਜ ਜਿਹੜਾ ਸੋਚ ਚੁੱਕਾ ਹੈ ਕਿ ਸਾਡਾ ਜਿਹੜਾ ਸਮਾਜ ਆ ਅੱਜ ਰਵਿਦਾਸੀਆ ਸਮਾਜ ਭਾਈਚਾਰਾ ਆ, ਉਹ ਕਹਿੰਦਾ ਵੀ ਅਸੀਂ ਆਪਣੇ ਆਪ ਨੂੰ ਹਿੰਦੂ ਕਹਾ ਕੇ ਨਹੀਂ ਮਰਨਾ ਚਾਹੁੰਦੇ, ਅਸੀਂ ਰਵਿਦਾਸੀਆ ਕੌਣ ਆਇਆ। ਅਤੇ ਇਹਦੇ ਵਿੱਚ ਅਸੀਂ ਦੋਨਾਂ ਭਰਾਵਾਂ ਦੇ ਵਿੱਚ, ਚਾਹੇ ਬੁੱਧਿਸਟ ਭਰਾ ਆ, ਚਾਹੇ ਅੰਬੇਡਕਰੀਆ ਭਰਾ ਆ, ਜਾਂ ਰਵਿਦਾਸੀਆ ਜਾਂ ਵਾਲਮੀਕੀ ਦੇ ਪੈਰੋਕਾਰ ਹਨ, ਅਤੇ ਇਹਨਾਂ ਦੇ ਵਿੱਚ ਅੰਤਰ ਕੁਛ ਨਹੀਂ ਹੈਗਾ, ਸਾਰੇ ਇੱਕੋ ਹੀ ਹਨ। ਲੇਕਿਨ ਜਾਣੀ ਕਿ ਜਿਹੜੇ ਬੁੱਧਿਸਟ ਭਾਈਚਾਰਾ ਸੀ, ਜਿਹੜਾ ਇੰਗਲੈਂਡ ਦੀ ਧਰਤੀ 'ਤੇ ਜਾਂ ਦੁਨੀਆ ਦੇ ਸਾਡੇ ਇੰਡੀਅਨ ਦੇ ਤੌਰ 'ਤੇ ਮੈਂ ਕਹਿੰਦਾ, ਬਾਹਰਲੀਆਂ ਕੰਟਰੀਆਂ ਦੀ ਗੱਲ ਨਹੀਂ, ਇੰਡੀਅਨ ਜਿਹੜੇ ਸਨ ਉਹਨਾਂ ਨੂੰ ਜਾਂ ਤਾਂ ਸਮਝਾਉਣਾ ਨਹੀਂ ਆਇਆ, ਜਾਂ ਸਾਨੂੰ ਸਮਝਣਾ ਨਹੀਂ ਆਇਆ ਉਹਨਾਂ ਦੇ ਕੋਲੋਂ ਕਿ ਉਹ ਕਹਿਣਾ ਕੀ ਚਾਹੁੰਦੇ ਆ ਅਤੇ ਅਸੀਂ ਸਮਝੇ ਨਹੀਂ, ਜਾਂ ਸਾਨੂੰ ਉਹਨਾਂ ਨੂੰ ਸਮਝਾਉਣਾ ਨਹੀਂ ਆਇਆ ਸਾਨੂੰ
ਇਹ ਇੱਕ ਦੂਏ ਦੇ ਵਿੱਚ ਸਾਡੇ 'ਚ ਇਹ ਨੇੜਤਾ ਕਿਉਂ ਨਹੀਂ ਹੋਈ, ਕਿਉਂ ਸਾਡੇ 'ਚ ਫਰਕ ਪਿਆ, ਕਿਉਂ ਇੰਨੇ ਦੂਰ ਅਸੀਂ ਚੱਲ ਗਏ ਇੱਕ ਦੂਏ ਤੋਂ। ਜਦੋਂ ਕਿ ਰੀਤੀ ਰਿਵਾਜ ਭਾਈਚਾਰਾ ਭੈਣ ਭਰਾ ਦਾ ਰਿਸ਼ਤਾ ਆ ਅਸੀਂ ਕਰਦੇ ਹਾਂ ਅਤੇ ਅਸੀਂ ਆਪਸ ਵਿੱਚ ਹੀ ਕਰਦੇ ਹਾਂ। ਅਸੀਂ ਫਿਰ ਉਸ ਵੇਲੇ ਨਹੀਂ ਕਹਿੰਦੇ ਵੀ ਰਵਿਦਾਸੀ ਆ ਜਾਂ ਇਹ ਬੁੱਧਿਸਟ ਆ ਜਾਂ ਇਹ ਕੋਈ ਹੋਰ ਆ ਜਾਂ ਕੌਣ ਆ, ਇਸ ਤਰ੍ਹਾਂ ਨਹੀਂ ਫਿਰ ਅਸੀਂ ਕਹਿੰਦੇ। ਉਸ ਵੇਲੇ ਅਸੀਂ ਸਾਰੇ ਇਕੱਠੇ ਹੋ ਕੇ ਰਿਸ਼ਤੇਦਾਰੀਆਂ 'ਚ ਯਾਰੀਆਂ ਦੋਸਤੀਆਂ 'ਚ ਅਸੀਂ ਇੱਕ ਦੂਏ ਨੂੰ ਮਿਲਦੇ ਹਾਂ। ਅੱਗੇ ਰਾਹੇ ਬਗਾਹੇ ਜਿੱਦਾਂ ਆਪਾਂ ਕਹਿ ਲਓ ਪੱਬਾਂ ਕਲੱਬਾਂ 'ਚ ਵੀ ਅਸੀਂ ਮਿਲਦੇ, ਵਿਆਹਾਂ ਸ਼ਾਦੀਆਂ 'ਚ ਵੀ ਮਿਲਦੇ ਹਾਂ, ਜਿੱਥੇ ਡੈਥ ਹੁੰਦੀ ਆ ਮੌਤ ਹੁੰਦੀ ਆ ਜਾਂ ਉੱਥੇ ਵੀ ਅਸੀਂ ਮਿਲਦੇ ਹਾਂ, ਹੌਸਪੀਟਲਾਂ 'ਚ ਵੀ ਖਬਰ ਲੈਣ ਜਾਂਦੇ। ਕੌਣ ਜਾਂਦਾ ਆ? ਅਸੀਂ ਭਾਈਚਾਰਾ, ਆਪਾਂ ਜਿਹੜੇ ਲੋਕ, ਆਪਾਂ ਤੁਸੀਂ ਜਾਂ ਮੈਂ ਜਾਂ ਤੁਸੀਂ, ਅਸੀਂ ਇਕੱਠੇ ਇੱਕ ਦੂਏ ਦੇ ਸਾਂਝੀਦਾਰ ਹਾਂ, ਭਾਈਵਾਲ ਆ। ਔਰ ਇਹ ਜਿਸ ਤਰ੍ਹਾਂ ਪੰਜਾਬੀ 'ਚ ਆਪਾਂ ਕਹਿੰਦੇ ਆ ਵੀ ਖੂਨ ਦਾ ਰਿਸ਼ਤਾ ਆ, ਨੌ ਮਾਸ ਦਾ ਰਿਸ਼ਤਾ ਆ, ਇਹ ਰਿਸ਼ਤਾ ਆ, ਲੇਕਿਨ ਇਹ ਅਸੀਂ ਵੰਡ ਹੋ ਚੁੱਕੇ ਧਰਮਾਂ ਦੇ ਵਿੱਚ। ਇਸ ਕਰਕੇ ਸਾਡਾ ਇਹ ਵਖੇਮਾ ਵੱਧਦਾ ਗਿਆ। ਹਾਂਜੀ ਚੌਹਾਨ ਜੀ। ਦੇਖੋ ਜੀ, ਮੇਨ ਮੁੱਦਾ ਮੇਰਾ ਖਿਆਲ ਕਈ ਗੱਲਾਂ ਸਲਿੱਪ ਜਿਹੀਆਂ ਹੋ ਗਈਆਂ ਜੀ। ਸਾਡਾ ਮੇਨ ਮੁੱਦਾ ਇਹ ਸੀਗਾ ਵੀ ਕਿਸ ਤਰੀਕੇ ਦੇ ਨਾਲ ਬਾਬਾ ਸਾਹਿਬ ਜੀ ਸ੍ਰੀ ਗੁਰੂ ਹਰਿਮੰਦਰ ਸਾਹਿਬ ਜਾ ਕੇ ਉਹ ਕੋਸ਼ਿਸ਼ ਕੀਤੀ ਸੀ ਜਾਂ ਚਾਹੁੰਦੇ ਸੀ ਵੀ ਮੈਂ ਕਿਸੇ ਤਰੀਕੇ ਦੇ ਨਾਲ ਉੱਥੇ ਜਾ ਕੇ ਆਪਣੇ ਆਪ ਨੂੰ ਉਹਨਾਂ ਦੇ ਨਾਲ ਰਲ ਕੇ ਬੈਠਾਂ, ਪਰ ਉਹ ਗੱਲ ਮਿਲਣੀ ਨਹੀਂ। ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀ, ਉਹ ਗੱਲ ਜਿੱਦਾਂ ਵੀ ਸਾਡੇ ਪੁਰਾਤਨ ਮਹਾਂਪੁਰਸ਼ ਗੁਰੂ ਕਹਿ ਗਏ, ਜੋ ਕਿ ਸਾਡੇ ਪੋਲੀਟੀਕਲ ਲੀਡਰ ਕਹਿ ਸਕਦੇ ਆ, ਜਾਂ ਜੋ ਵੀ ਸਾਡੇ ਕਿ ਗੁਰੂ ਘਰਾਂ ਦੇ ਜਾਂ ਡੇਰਿਆਂ ਦੇ ਜੋ ਮਾਲਕ ਬਣ ਕੇ ਬੈਠੇ, ਉਹਨਾਂ ਨੇ ਇਹ ਗੱਲ ਗਲਤ ਕੀਤੀ ਹੈ। ਉਹ ਜਿਹੜੀ ਉਹਨਾਂ ਦੀ ਇੱਕ ਰਸਮ ਸੀ, ਜੋ ਇਹਨਾਂ ਦੀ ਰੀਤ ਸੀ, ਉਹ ਤਾਂ ਮੈਂ ਇੱਕ ਜ਼ਰੂਰ ਗੱਲ ਕਹਿਣਾ ਚਾਹੁੰਦਾ। ਅੱਜ ਵੀ ਹੁਣ ਅਸੀਂ ਇੱਥੇ ਮਜ਼੍ਹਬੀ ਸਿੱਖ, ਫਲਾਣੇ ਸਿੱਖ, ਉਹ ਸਿੱਖ, ਜੇ ਉਹ ਬੜਾ ਕੁਝ ਕਰ ਗਏ। ਪਹਿਲਾਂ ਅਸੀਂ ਜਦੋਂ ਇਸ ਕੰਟਰੀ ਦੇ ਵਿੱਚ ਆਏ ਸੀ, ਇੱਕੋ ਹੀ ਗੁਰੂ ਘਰ ਹੁੰਦਾ ਸੀ। ਉਸ ਤੋਂ ਬਾਅਦ ਹੌਲੀ ਹੌਲੀ ਐਸੇ ਸਾਡੇ ਕਿ ਇਹ ਰਾਮਗੜੀਆ ਗੁਰੂ ਘਰ, ਇਹ ਉਹ ਗੁਰੂ ਘਰ, ਇਹ ਗੁਰੂ ਕਿਉਂ ਬਣੇ? ਇਹਦਾ ਮਤਲਬ ਅਸੀਂ ਜਿਹੜੀ ਸਾਡੀ ਮੇਨ ਸਿੱਖਿਆ ਸੀ ਉਹ ਤੋਂ ਸਲਿਪ ਆਊਟ ਹੋ ਗਏ। ਅੱਜ ਵੀ ਅਸੀਂ ਜੇ ਕਿਸੇ ਗੁਰੂ, ਚਲੋ ਫੋਰ ਐਗਜ਼ਾਮਪਲ ਹਰਿਮੰਦਰ ਸਾਹਿਬ ਵਿੱਚ ਜਾਂਦੇ ਹਾਂ, ਅਸੀਂ ਉੱਥੇ ਲੰਗਰ ਛਕਦੇ ਹਾਂ। ਕਦੀ ਕਿਸੇ ਨੇ ਪੁੱਛਿਆ ਵੀ ਮੇਰੇ ਨਾਲ ਦਾ ਬੰਦਾ ਕੌਣ ਆ? ਕਦੀ ਕਿਸੇ ਨੇ ਪੁੱਛਿਆ ਉਦੋਂ ਨਾਲ ਦਾ ਕੌਣ ਆ? ਅਸੀਂ ਇੱਕੋ ਹੀ ਕਤਾਰ ਦੇ ਵਿੱਚ ਬਹਿ ਕੇ, ਜਿਹੜੇ ਕਿ ਸਾਡੇ ਗੁਰੂਆਂ ਨੇ ਸ਼ੁਰੂ ਕੀਤੀ ਸੀ, ਇੱਕੋ ਹੀ ਪੰਗਤ ਦੇ ਬਹਿ ਕੇ ਅਸੀਂ ਰੋਟੀ ਖਾਂਦੇ ਹਾਂ, ਇੱਕੋ ਹੀ ਪੰਗਤ ਦੇ ਬਹਿ ਕੇ ਸਾਰਾ ਕੁਝ ਕਰਦੇ ਹਾਂ। ਇਹਦੇ ਵਿੱਚ ਕਿਉਂ ਉਹ ਜਿਹੜੀ ਕਿ ਪੁਰਾਤਨ ਰੀਤ ਚੱਲੀ ਆਈ ਸੀ। ਬਾਬਾ ਸਾਹਿਬ 'ਤੇ ਮੈਂ ਫਿਰ ਉਹੀ ਗੱਲ 'ਤੇ ਆ ਰਿਹਾ। ਬਾਬਾ ਸਾਹਿਬ ਨੇ ਕੋਸ਼ਿਸ਼ ਕੀਤੀ ਸੀ, ਪਰ ਉੱਥੋਂ ਤੱਕ ਜੋ ਬਾਬਾ ਸਾਹਿਬ ਨੇ ਇਕੱਲੀ ਇਹ ਨਹੀਂ ਕਹਿ ਸਕਦੇ ਬਾਬਾ ਸਾਹਿਬ ਸਿਰਫ ਬੋਧੀਆਂ ਦੇ ਹਨ, ਬੋਧੀਆਂ ਲਈ ਉਹਨਾਂ ਨੇ ਕੀਤਾ। ਇਹ ਬਿਲਕੁਲ ਸਰਾਸਰ ਗਲਤ ਹੈ। ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਸਾਰਿਆਂ ਦੇ ਲਈ, ਸਾਰਿਆਂ ਨੂੰ ਉਹਦੇ ਸਿੱਖਿਆ ਦਿੱਤੀ, ਚਾਹੇ ਕੋਈ ਵੀ ਕਿਸੇ ਵੀ ਕਾਸਟ ਦਾ ਹੈ, ਉਹ ਸਾਰਿਆਂ ਲਈ ਉਹਨਾਂ ਨੇ ਇੱਕ ਸਾਂਝੀਵਾਲਤਾ ਦਾ ਇੱਕ ਮੈਸੇਜ ਦਿੱਤਾ। ਪਰ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ, ਅੱਜ ਜਿਹੜੀ ਕਿਸ ਚੈਰਿਟੀ, ਮੈਂ ਤਾਂ ਇੰਡੀਆ ਦੀ ਗੱਲ ਚਾਹੁੰਦਾ ਵੀ ਅੱਜ ਤੋਂ 25 30 40 ਸਾਲ ਪਹਿਲਾਂ ਉੱਥੇ ਜਿੰਨੇ ਵੀ ਸਾਡੇ ਵਾਲਮੀਕ ਭਰਾ ਹਨ ਜਾਂ ਜਿੰਨੇ ਵੀ ਕ੍ਰਿਸਚਨ ਕਿਉਂ ਬਣੇ? ਉਹ ਕ੍ਰਿਸਚਨ ਕਿਉਂ ਬਣੇ? ਕ੍ਰਿਸਚਨ ਤਾਂ ਬਣ ਕੇ ਉਹਨਾਂ ਨੇ ਉਹਨਾਂ ਦੀ ਲੋੜ ਮੁਤਾਬਕ ਜੋ ਉਹਨਾਂ ਨੂੰ ਸਹੂਲਤਾਂ ਸੀ, ਜੋ ਉਹਨਾਂ ਦੀ ਜ਼ਰੂਰਤਾਂ ਸੀ, ਗਰੀਬੀ ਸੀ, ਖਾਣ ਲਈ ਚਾਹੀਦਾ ਸੀ, ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਾਣ ਲਈ ਸਕੂਲ ਚਾਹੀਦੇ ਸੀ, ਇਸ ਤਰੀਕੇ ਉਹਨਾਂ ਨੂੰ ਉਹ ਚੀਜ਼ ਨੂੰ ਅਸੈਪਟ ਕਰਨਾ ਪਿਆ, ਉਹ ਅਡੋਪਟ ਕਰਨਾ ਪਿਆ। ਉਹ ਅਡੋਪਟ ਕਰਕੇ ਅੱਜ ਅਸੀਂ ਉਹਨਾਂ ਨੇ ਆਪਣੀ ਜਿਹੜੀ ਕਿ ਸੰਖਿਆ ਵਧਾਈ। ਕੋਈ ਗਲਤ ਗੱਲ ਨਹੀਂ ਸੀ। ਇਸੇ ਕਰਕੇ ਜੇ ਇਸੇ ਸਪਿਰਿਟ ਦੇ ਨਾਲ ਬਾਬਾ ਸਾਹਿਬ ਦਾ ਜੋ ਮਿਸ਼ਨ ਸੀ, ਬਾਬਾ ਸਾਹਿਬ ਜੋ ਕਰਨਾ ਚਾਹੁੰਦੇ ਹਨ, ਉਹਨਾਂ ਦੇ ਪੈਰੋਕਾਰ, ਮੈਂ ਵੀ ਉਹਨਾਂ ਦੇ ਵਿੱਚ ਹਾਂ। ਮੈਂ ਕੋਈ ਇਹ ਨਹੀਂ ਕਹਿੰਦਾ ਮੈਂ ਬਾਬਾ ਸਾਹਿਬ ਨੂੰ ਮੰਨਦਾ ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਮੈਂ ਭਗਵਾਨ ਬੁੱਧ ਨੂੰ ਮੰਨਦਾ ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਵੀ ਇਹ ਭਗਵਾਨ ਜੀ ਵਾਲਮੀਕ ਜੀ ਨੂੰ ਮੰਨਦਾ ਨਹੀਂ, ਕਿਉਂਕਿ ਉਹ ਮੇਰੇ ਉਹ ਵੀ ਗੁਰੂ ਹਨ, ਮੈਂ ਉਹਨਾਂ ਦੀ ਸਿੱਖਿਆ 'ਤੇ ਚੱਲਦਾ ਹਾਂ। ਪਰ ਜੇ ਅਸੀਂ ਮੈਂ ਚਾਹੁੰਦਾ ਜੇ ਮੇਰੇ ਬਾਪ ਦੀ ਕੋਈ ਚੰਗਾ ਸਿੱਖਿਆ ਹੈ, ਮੈਂ ਉਹਨੂੰ ਕਿਸ ਤਰੀਕੇ ਨਾਲ ਉਹਨਾਂ ਨੂੰ ਅੱਗੇ ਲੈ ਕੇ ਜਾਣਾ, ਇੱਧਰ ਮੈਂ ਆਪਣੇ ਬੱਚਿਆਂ ਦੇ ਥਰੂ, ਇੱਧਰ ਆਪਣੇ ਗੁਆਂਢੀਆਂ ਦੇ ਥਰੂ, ਇੱਧਰ ਆਪਣੇ ਪਿੰਡ ਦੇ ਥਰੂ, ਇੱਧਰ ਆਪਣੇ ਮੁਹੱਲੇ ਦੇ ਥਰੂ, ਇੱਧਰ ਆਪਣੇ ਦੇਸ਼, ਉਹ ਜਿਹੜੀ ਲਹਿਰ ਸੀ ਜੋ ਉਹ ਅਸੀਂ ਉਹਨੂੰ ਅੱਗੇ ਲਿਆਉਣ ਲਈ ਫੇਲ ਹੋ ਚੁੱਕੇ ਹਾਂ। ਜੇ ਉਸ ਵੇਲੇ ਅੱਜ ਅਸੀਂ ਉਹ ਜਨਗਣਨਾ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਜਿਹੜੇ ਸਰਦਾਰ ਭਾਈ ਆ ਇਹ ਸਾਡੇ ਹਨ, ਇਹ ਵੀ ਸਾਡੇ ਹਨ, ਸਾਰੇ ਕਹਿੰਦੇ ਵੀ ਇਹ ਵੀ ਸਾਡੇ ਹਿੰਦੂ ਭਰਾ ਹਨ, ਉਹ ਵਿੱਚ ਕਿਉਂ? ਜੇ ਉਸ ਵੇਲੇ ਇਹ ਕਿਤੇ ਇਕੱਠ ਹੋ ਜਾਂਦਾ, ਅੱਜ ਜਿਹੜਾ ਕਿ ਇੱਕ ਹੋਰ ਇੱਕ ਮਾਹੌਲ ਹੋਣਾ ਸੀ। ਇਸ ਕਰਕੇ ਜਿਹੜਾ ਕਿ ਮੇਨ ਚੀਜ਼ ਹੈਗਾ ਵੀ ਉਸ ਵੇਲੇ ਜੋ ਗੁਰੂਆਂ ਨੇ ਇੱਕ ਮੁਹਿੰਮ ਚਲਾਈ ਸੀ, ਗੁਰੂਆਂ ਨੇ ਸਾਨੂੰ ਇੱਕ ਸਿੱਖਿਆ ਦਿੱਤੀ ਸੀ, ਉਦੋਂ ਪਰੇ ਹਟ ਕੇ ਜੋ ਵੀ ਮੇਰੇ ਭਾਈ ਸਾਹਿਬ ਨੇ ਕਿਹਾ, ਜੋ ਵੀ ਸੀ ਗੁਰਦੁਆਰੇ ਦਾ, ਉਹਨਾਂ ਨੇ ਇੱਕ ਗਲਤ ਕੰਮ ਕਰਕੇ ਬਾਬਾ ਸਾਹਿਬ ਨੂੰ ਐਕਸੈਪਟ ਨਹੀਂ ਕੀਤਾ। ਐਕਸੈਪਟ ਨਾ ਹੋਣ ਕੇ ਉਹਨਾਂ ਦੇ ਵਿੱਚ ਇੱਕ ਰੋਹ ਸੀ, ਉਹ ਰੋਹ ਉਹਦੇ ਵਿੱਚ ਕਰਕੇ ਉਹ ਜਿਹੜੀ ਕਿ
ਜੋ ਉਹ ਕਰਨਾ ਚਾਹੁੰਦੇ ਉਹਦੇ ਵਿੱਚ ਉਹ ਪਿੱਛੇ ਹਟ ਗਏ। ਧੰਨਵਾਦ ਜੀ ਚੌਹਾਨ ਜੀ, ਬੜੇ ਵਿਸਤਾਰ 'ਚ ਗੱਲ ਕੀਤੀ ਚੌਹਾਨ ਜੀ ਨੇ। ਤੇ ਜਿਸ ਤਰ੍ਹਾਂ ਕਿ ਅਸੀਂ ਆਜ਼ਾਦ ਟੀਵੀ ਦੀ ਜਿਹੜੀ ਟੀਮ ਹੈ ਭਾਰਤ ਦੇਸ਼ ਦੇ ਵਿੱਚ, ਅਸੀਂ ਉਹਨੂੰ ਹੋਰ ਵੀ ਵਧਾਉਣਾ ਚਾਹੁੰਦੇ ਹਾਂ। ਤੇ ਸਾਡੇ ਕੋਲ ਅਮਰਜੀਤ ਕੌਰ ਬੀਬੀ, ਜੋ ਅਸੀਂ ਜਲੰਧਰ ਨਾਨਕਪੁਰੇ ਤੋਂ ਆ, ਉਹਨਾਂ ਨੂੰ ਅਸੀਂ ਜਲੰਧਰ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਬਣਾਇਆ। ਤੇ ਉਹਨਾਂ ਨੇ ਬੀਬੀਆਂ ਨੇ ਇੱਕ ਜਥਾ ਬਣਾ ਰਹੀਆਂ ਹਨ। ਅਸੀਂ ਉਹਨਾਂ ਨੂੰ ਜਿੰਨੀਆਂ ਵੀ ਬੀਬੀਆਂ, ਉਹਨਾਂ ਵਿੱਚ 5 7 ਜਾਂ 10 ਜਾਂ 15 ਜਾਂ 20, ਅਸੀਂ ਉਹਨਾਂ ਨੂੰ ਆਜ਼ਾਦ ਟੀਵੀ ਦੇ ਵੱਲੋਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਕੱਪੜੇ ਆ, ਜਿਹੜੇ ਧਾਰਮਿਕ ਤੌਰ 'ਤੇ ਕੱਪੜੇ ਜਿਹੜੇ ਆ ਬਣਾ ਕੇ ਦੇਵਾਂਗੇ। ਉਹ ਜਿੱਥੇ ਵੀ ਜਾਣਗੇ ਉਹ ਹਰ ਦੇ ਨਿਸ਼ਾਨ ਲੈ ਕੇ, ਜਾਂ ਜਿਹੜਾ ਅਸੀਂ ਲੋਗੋ ਬਣਾਇਆ, ਜੋ ਅਸੀਂ ਉਹ ਜਿਹੜਾ 1 ਲੱਖ ਸਟਿੱਕਰ ਬਣਾਇਆ, ਉਹ ਘਰ ਘਰ ਦੇ ਵਿੱਚ, ਪਿੰਡਾਂ ਦੇ ਵਿੱਚ ਜਾ ਜਾ ਕੇ ਉਹ ਪ੍ਰਚਾਰ ਕਰਨਗੀਆਂ। ਇਸੇ ਤਰ੍ਹਾਂ ਅਸੀਂ ਕਮਲ ਸਾਂਪਲਾ ਜੀ, ਜੋ ਪੰਜਾਬ ਦੇ ਜਿਹੜੇ ਅਸੀਂ ਇਹ ਮੀਡੀਆ ਇੰਚਾਰਜ ਬਣਾਏ ਹਨ, ਉਹਨਾਂ ਨੂੰ ਵੀ ਇਹੀ ਅਸੀਂ ਅਹੁਦਾ ਦਿੱਤਾ ਕਿ ਮੋਨਿਕਾ ਆਰਪੀ ਜਿਹੜੇ ਆਊਟ ਆਫ ਕੰਟਰੀ ਹਨ, ਉਹਨਾਂ ਦੀ ਜਗ੍ਹਾ 'ਤੇ ਉਹਨਾਂ ਨੂੰ ਅਸੀਂ ਉਹ ਅਹੁਦਾ ਦਿੱਤਾ। ਤੇ ਅਸੀਂ ਪੰਜਾਬ ਦੇ ਵਿੱਚ ਵੀ ਕਮਲ ਸਾਂਪਲਾ ਜੀ ਦੀ ਅਗਵਾਈ ਦੇ ਹੇਠ ਇੱਕ ਬਹੁਤ ਵੱਡੀ ਟੀਮ ਤਿਆਰ ਕਰ ਰਹੇ ਹਾਂ। ਤੇ ਜਿਹੜੀ ਪੰਜਾਬ ਦੇ ਵਿੱਚ ਤੇ ਇਸੇ ਕੰਮ ਲਈ ਆਜ਼ਾਦ ਟੀਵੀ ਵੱਲੋਂ ਉਹ ਜਿਸ ਤਰ੍ਹਾਂ ਵੀ ਸਾਡੇ ਕੋਲ ਜੋ ਵੀ ਅਸੀਂ ਉਹਨਾਂ ਦੀ ਹੈਲਪ ਕਰ ਸਕੇ, ਜਾਂ ਉਹ ਸਾਡੇ ਨਾਲ ਰਲ ਕੇ, ਜਾਂ ਅਸੀਂ ਉਹਨਾਂ ਨਾਲ ਰਲ ਕੇ, ਅਸੀਂ ਜਿਹੜਾ ਆਪਣਾ ਜਿਹੜਾ ਰਵਿਦਾਸੀਆ ਸਮਾਜ ਦਾ ਜਿਹੜਾ ਬੀੜਾ ਚੁੱਕਿਆ ਆ, ਇਹ ਮੁੱਦਾ ਜਿਹੜਾ ਚੁੱਕਿਆ ਜਨਗਣਨਾ ਦਾ, ਉਹਦੇ ਬਾਰੇ ਅਸੀਂ ਇਹ ਗੱਲ ਜ਼ਰੂਰ ਚੁੱਕਾਂਗੇ। ਜੱਸੀ ਗੱਡੂ ਜੀ ਨੂੰ ਜਿੱਦਾਂ ਅਸੀਂ ਮਿਡਲ ਈਸਟ ਦੇ ਅਸੀਂ ਉਹਨਾਂ ਨੂੰ ਨਿਯੁਕਤ ਕੀਤਾ ਆ, ਕਿਤੇ ਵੀ ਉਹਨਾਂ ਦੇ ਮਿਡਲ ਈਸਟ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੈ, ਉਹ ਆਪਣੀ ਖਬਰ ਸਾਨੂੰ ਦੇ ਸਕਦੇ ਹਨ। ਉਹ ਅਸੀਂ ਜਿੱਥੇ ਵੀ ਰਾਹੇ ਵਗਾਹੇ ਅਸੀਂ ਉਹਨੂੰ ਚਲਾਵਾਂਗੇ। ਤੇ ਬਾਕੀ ਜਿਹੜੀ ਮੋਨਿਕਾ ਆਰਪੀ ਆ, ਜੋ ਪੰਜਾਬ ਤੋਂ ਬਾਹਰ ਰਹਿੰਦੇ ਹਨ, ਉਹ 2 ਉਹਨਾਂ ਦੇ ਸੌਂਗ ਆ ਰਹੇ 6 ਦਸੰਬਰ ਨੂੰ ਬਾਬਾ ਸਾਹਿਬ ਦੇ ਪਰਿਨਿਰਵਾਣ ਦਿਵਸ ਤੇ ਸਤਿਗੁਰੂ ਦਾਸ ਮਹਾਰਾਜ ਦੇ ਗੁਰਪੁਰਬ ਦੇ ਉੱਤੇ। ਤੇ ਮੋਨਿਕਾ ਆਰਪੀ ਨੂੰ ਜਿਸ ਦਿਨ ਉਹਨਾਂ ਦੇ ਗੀਤ ਆਉਣਗੇ, ਜਾਂ ਉਸ ਤੋਂ ਪਹਿਲਾਂ ਜਿਹੜੀ ਵੀ ਸਾਡੀ ਟੀਮ ਬੈਠੂਗੀ, ਉਹਨਾਂ ਨੂੰ ਕਿਸ ਅਹੁਦੇ 'ਤੇ, ਯੂਰਪ ਦੇ ਅਹੁਦੇ 'ਤੇ ਜਾਂ ਇੰਗਲੈਂਡ ਦੇ ਅਹੁਦੇ 'ਤੇ ਉਹਨਾਂ ਨੂੰ ਥਾਪਿਆ ਜਾਵੇਗਾ। ਉਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਰਹਿੰਦਿਆਂ ਹੋਇਆਂ ਸਾਨੂੰ ਉਹਨਾਂ ਦੀ ਜਿਹੜੀ ਫਿਲ ਕਰਨਾ ਪਿਆ, ਉਹਨਾਂ ਦੀ ਜਗ੍ਹਾ ਜਿਹੜੀ ਖਾਲੀ ਸੀ ਉਹਨੂੰ ਭਰਨਾ ਪਿਆ। ਉਸ ਕਰਕੇ ਅਸੀਂ ਕਮਲ ਸਾਂਪਲਾ ਜੀ ਨੂੰ ਉਹ ਜੋਬ ਦਿੱਤੀ ਆ। ਤੇ ਮੋਨਿਕਾ ਆਰਪੀ ਨੂੰ ਜੋ ਵੀ ਆ, ਹਾਂਜੀ ਚੌਹਾਨ ਜੀ ਕੀ ਕਹਿਣਾ ਚਾਹੁੰਦੇ ਹੋ? ਉਹਦੇ ਵਿੱਚ ਇਹ ਤੁਹਾਨੂੰ ਪਤਾ ਵੀ ਆਜ਼ਾਦ ਟੀਵੀ ਕੌਮ ਦੀ ਸੋਚ ਵਿੱਚ ਜਦੋਂ ਤੋਂ ਵੀ ਅਸੀਂ ਇਹ ਉਦਮ ਕਰ ਰਹੇ ਹਾਂ, ਚਾਹੇ ਛੋਟਾ ਹੈ ਚਾਹੇ ਵੱਡਾ ਹੈ, ਇਹ ਤੁਹਾਡੇ ਭੈਣਾਂ ਭਰਾਵਾਂ ਦੀ ਮਦਦ ਨਾਲ ਹੋ ਰਿਹਾ। ਕੋਸ਼ਿਸ਼ ਹੈ ਵੀ ਕਿਸ ਤਰੀਕੇ ਦੇ ਨਾਲ, ਤੁਹਾਨੂੰ ਪਤਾ ਵੀ ਜਦੋਂ ਕੋਈ ਵੀ ਕੰਮ ਐਕਸਪੈਂਡ ਹੁੰਦਾ ਹੈ, ਉਹਨੂੰ ਵਧਾਉਣਾ ਚਾਹੁੰਦੇ ਆ, ਉਹਦੇ ਵਿੱਚ ਕੁਛ ਨਾ ਕੁਛ ਜਿਹੜੇ ਕਿ ਜਿੱਦਾਂ ਵੀ ਕਹਿੰਦੇ ਪੋਰਟਫੋਲੀਓ, ਉਹ ਕੋਈ ਵਧਾਉਣਾ ਚਾਹੁੰਦੇ ਆ, ਘਟਾਉਣਾ ਚਾਹੁੰਦੇ ਆ, ਕਿਸੇ ਨੂੰ ਕਿੱਥੇ ਫਿੱਟ ਕਰਨਾ। ਉਹਦੇ ਵਿੱਚ ਹੀ ਕੋਈ ਜਿਹੜੀ ਸਾਡੀ ਬੀਬੀ ਮੋਨਿਕਾ ਆਰਪੀ ਆ, ਉਹਦੇ ਵਿੱਚ ਪੰਜਾਬ ਤੋਂ ਬਾਹਰ ਹੋਣ ਕਰਕੇ ਕਿ ਉਹਨਾਂ ਦੀਆਂ ਗਤੀਆਂ ਵਿਧੀਆਂ ਜਿਹੜੀਆਂ ਸਾਡੇ ਬਹੁਤ ਹੀ ਸਹਿਯੋਗੀ ਹਨ। ਜਿੱਦਾਂ ਉਹਨਾਂ ਨੇ ਇਹਨਾਂ ਦੇ ਗੀਤ ਵੀ ਆ ਰਹੇ ਹਨ, ਆਜ਼ਾਦ ਟੀਵੀ ਵੱਲੋਂ ਅਸੀਂ ਉਹਨਾਂ ਨੂੰ ਇਹ ਸਪੋਂਸਰ ਵੀ ਕਰ ਰਹੇ ਹਾਂ, ਕੀਤੇ ਆ, ਅੱਗੇ ਤੋਂ ਵੀ ਕਰਾਂਗੇ। ਮੋਨਿਕਾ ਆਰਪੀ ਨੂੰ ਅਸੀਂ ਆਪਣੇ ਇੱਧਰਲੇ ਸਿਸਟਮ ਦੇ ਹਿਸਾਬ ਦੇ ਨਾਲ, ਇੱਧਰ ਦੇ ਮਾਹੌਲ ਦੇ ਹਿਸਾਬ ਦੇ ਨਾਲ ਕਿੱਥੇ ਫਿੱਟ ਕਰਨਾ, ਕਿੱਥੇ ਕੀ ਹੋਣਾ, ਉਹ ਸਾਡੀ ਹਾਲੇ ਵੀ ਕੋਈ ਇਹ ਨਾ ਕਹੇ ਬਈ ਉਹ ਉਹਨਾਂ ਨੂੰ ਲਾ ਦਿੱਤਾ ਜਾਂ ਕੀ ਕੀਤਾ, ਕਿ ਇੱਦਾਂ ਦੀ ਕੋਈ ਗੱਲ ਨਹੀਂ। ਉਹ ਸਾਡੇ ਹਾਲੇ ਵੀ ਟੀਮ ਦੇ ਮੈਂਬਰ ਹਨ, ਸਾਡੇ ਤਾਂ ਸੀਨੀਅਰ ਮੈਂਬਰ ਹਨ, ਪੂਰੇ ਸਾਡੇ ਸਹਿਯੋਗੀ ਹਨ, ਸਹਿਯੋਗ ਦਿੰਦੇ ਹਨ। ਜਦੋਂ ਕਦੋਂ ਵੀ ਇੱਦਾਂ ਦੇ ਮਾਹੌਲ ਦੇ ਵਿੱਚ ਕਿੱਥੇ ਫਿੱਟ ਕਰਨਾ, ਕੀ ਨਹੀਂ, ਉਹ ਜਲਦੀ ਵੀ ਅਸੀਂ ਅਗਲੇ ਹਫ਼ਤੇ ਜਾਂ ਉਦੋਂ ਅਗਲੇ ਹਫ਼ਤੇ ਬਾਅਦ ਹੋਰ ਸਾਡੀ ਟੀਮ ਮੈਂਬਰ ਆ ਰਹੇ ਹਨ। ਅਸੀਂ ਸਾਡੇ ਪੰਜਾਬ ਦੇ ਯੰਗਸਟਰ ਜਾਂ ਹੁਣ ਬੀਬੀਆਂ ਦਾ ਨਾਂ ਲਿਆ, ਬੀਬੀਆਂ ਜਿਹੜੀਆਂ ਕਿ ਆਜ਼ਾਦ ਟੀਵੀ ਨਾਲ ਜੁੜ ਰਹੀਆਂ ਹਨ, ਬੀਬੀ ਕਿਉਂਕਿ ਅਸੀਂ ਆਪਣੇ ਹੋਰ ਕੋਸ਼ਿਸ਼ ਕਰ ਰਹੇ ਹਾਂ। ਜਿਸ ਤਰ੍ਹਾਂ ਦਾ ਮਾਹੌਲ ਆਪਣੇ ਕੋਵਿਡ-19 ਦਾ, ਉਹਦੇ ਵਿੱਚ ਵੀ ਅਸੀਂ ਜਿੱਥੇ ਜਿੰਨੇ ਜੋਗੇ ਵੀ ਸੀ, ਉਹਦੇ ਵਿੱਚ ਹੀ ਅਸੀਂ ਆਪਣੇ ਭੈਣਾਂ ਭਰਾਵਾਂ ਦੀ ਮਦਦ ਕੀਤੀ ਔਰ ਕੋਸ਼ਿਸ਼ ਵੀ ਕਰ ਰਹੇ ਹਾਂ। ਕਿਉਂ ਉਹਦੇ ਵਿੱਚ ਅਸੀਂ ਅੱਜ ਤੱਕ ਕੋਈ ਫੰਡਿੰਗ ਦੀ ਕੋਈ ਗੱਲ ਨਹੀਂ ਕੀਤੀ, ਕਿਸੇ ਤੋਂ ਮੰਗਿਆ ਨਹੀਂ। ਜੇ ਕੋਈ ਵੀ ਭੈਣ ਭਰਾ ਉੱਥੇ ਜਿਹੜੇ ਕਿ ਸਾਡੇ ਉੱਥੇ ਜਾਂ ਪਿਛਲੇ ਹਫ਼ਤੇ ਵੀ ਕਿਹਾ ਸੀ ਮਦਦ ਕਰਨਾ ਚਾਹੁੰਦੇ ਹਨ, ਅਸੀਂ ਵੀ ਕਰਨਾ ਚਾਹੁੰਦੇ ਹਾਂ, ਪਰ ਸਾਡੇ ਸੋਰਸ ਜਿਹੜੇ ਲਿਮਿਟਡ ਹਨ। ਅਸੀਂ ਆਪਣੇ ਸੋਰਸਿਸ ਨੂੰ ਅਜੇ ਵਧਾਇਆ ਨਹੀਂ। ਜੇ ਕੋਈ ਇੱਦਾਂ ਚਾਹੁੰਦਾ ਸਾਡੇ ਨਾਲ ਕੋਈ ਸ਼ਰੀਕ ਬਣਨਾ ਚਾਹੁੰਦਾ, ਅਸੀਂ ਚਾਹੁੰਦੇ ਹਾਂ, ਪਰ ਜੋ ਵੀ ਅਸੀਂ ਕੋਈ ਤਿਲ ਫੁੱਲ ਸੇਵਾ ਜਾਂ ਜਿੰਨੀ ਵੀ ਉਹ ਸੱਜਣ ਕੋਈ ਕਰਨਾ ਚਾਹੁੰਦੇ ਹਨ, ਪਰ ਜਿਹੜੇ ਵੀ ਸਾਡੇ ਉੱਥੇ ਰੈਪਰਜੈਂਟੇਟਿਵ ਅਸੀਂ ਬਣਾਏ ਹਨ, ਜਿਹੜੇ ਵੀ ਸੱਜਣ ਕੰਮ ਕਰਦੇ ਹਨ, ਅਸੀਂ ਗਾਰੰਟੀ ਦੇ ਰਹੇ ਹਾਂ ਔਰ ਪ੍ਰੂਫ ਵੀ ਦੇਵਾਂਗੇ। ਉਹ ਜਿਹੜੀ ਕਿ ਸੇਵਾ ਉਹ ਸਾਡੇ ਜਿਹੜੇ ਉੱਥੇ ਸੱਜਣ ਸਿੱਧੇ ਉਹਨਾਂ ਨੂੰ ਘਰ ਜਾ ਕੇ ਉਹਦੇ ਹਿਸਾਬ ਨਾਲ ਜਿੱਥੇ ਵੀ ਲੋੜਵੰਦ ਉੱਥੇ ਕਰਾਂਗੇ, ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ। ਇਸ ਕਰਕੇ ਅਸੀਂ ਤਾਂ ਚਾਹੁੰਦੇ ਵੀ ਸਾਡੇ ਨਾਲ ਰਹੋ। ਤੁਸੀਂ ਵੀ ਦੱਸੋ, ਜੇ ਤੁਸੀਂ ਸਾਡੇ ਲਈ ਕੋਈ ਕੰਮ ਕਰ ਰਹੇ, ਅਸੀਂ ਤੁਹਾਨੂੰ ਵੀ ਆਪਣੇ ਨਾਲ ਆਪਣੀ ਟੀਮ ਦੇ ਵਿੱਚ ਜਾਂ ਕੋਈ ਵੀ ਤੁਹਾਡਾ ਰਿਸ਼ਤੇਦਾਰ ਟੀਮ ਮੈਂਬਰ ਬਣਨਾ ਚਾਹੁੰਦਾ, ਸਾਨੂੰ ਦੱਸੋ। ਅਸੀਂ ਤਾਂ ਚਾਹੁੰਦੇ ਹਾਂ ਵੀ ਸਾਰੇ ਭਾਰਤ ਦੇਸ਼ ਵਿੱਚ ਅਸੀਂ ਰਲ ਮਿਲ ਕੇ ਸਾਡੀ ਛੋਟੀ ਜਿਹੀ ਜੋ ਆਵਾਜ਼ ਹੈ, ਇਸ ਨੂੰ
ਅੱਗੇ ਵੱਡੀ ਕਰਕੇ ਲਾਈ ਜਾਵੇ। ਅਸੀਂ ਚਾਹੁੰਦੇ ਹਾਂ ਬਈ ਛੋਟੀ, ਅਸੀਂ ਲਕੀਰ ਕਿਸੇ ਦੀ ਕੱਟਣਾ ਨਹੀਂ ਚਾਹੁੰਦੇ, ਉਹਦੇ ਨਾਲ ਇੱਕ ਵੱਡੀ ਲਕੀਰ ਪਾਉਣਾ ਚਾਹੁੰਦੇ ਹਾਂ, ਤਾਂ ਕਿ ਵੱਡੀ ਲਕੀਰ ਹੋ ਕੇ ਸਾਡੇ ਭੈਣਾਂ ਭਰਾਵਾਂ ਨੂੰ ਸਾਨੂੰ ਸ਼ਾਬਾਸ਼ੀ ਮਿਲੇ ਵੀ ਲਓ ਵੀ ਅਸੀਂ ਛੋਟੇ ਜੋ ਉੱਠ ਕੇ ਪਲੈਟਫਾਰਮ ਤੋਂ ਅਸੀਂ ਵੱਡੇ ਇੱਕ ਮਾਰਕੀਟ ਤੱਕ ਜਾ ਰਹੇ ਹਾਂ, ਵੱਡੇ ਪਲੈਟਫਾਰਮ ਜਾ ਰਹੇ ਹਾਂ। ਇਹ ਵੀ ਤੁਹਾਡੀ ਇੱਕ ਕਿਰਪਾ ਹੈ, ਤੁਹਾਡੀ ਮਦਦ ਦੇ ਨਾਲ, ਤੁਹਾਡੇ ਆਸ਼ੀਰਵਾਦ ਦੇ ਨਾਲ ਤਾਂ ਹੀ ਅੱਗੇ ਵੱਧਦਾ ਰਹਾਂਗੇ। ਤੁਹਾਡੀ ਆਸ਼ੀਰਵਾਦ ਤੋਂ ਅਸੀਂ ਕੁਛ ਨਹੀਂ ਕਰ ਸਕਦੇ। ਅਤੇ ਇਹ ਜਿਹੜੀ ਜਿਸ ਤਰ੍ਹਾਂ ਕਿ ਸਾਰੀ ਵਿਸਤਾਰ ਦੇ ਨਾਲ ਆਜ਼ਾਦ TV ਦਾ ਦੱਸਿਆ, ਕਿਉਂਕਿ ਅਸੀਂ ਆਜ਼ਾਦ TV ਵੱਲੋਂ ਜਿਹੜਾ ਪੰਜਾਬ ਦੇ ਵਿੱਚ ਅਸੀਂ ਇੱਕ ਆਰੰਭ ਰਹੇ ਹਾਂ, ਬਹੁਤ ਹੀ ਜਲਦੀ ਹੀ ਅਸੀਂ ਉੱਥੇ ਦੀ ਜਿਹੜੀ ਟੀਮ ਹੈ ਐਕਸਟੈਂਡ ਕਰ ਰਹੇ ਹਾਂ, ਵੱਡੀ ਟੀਮ ਨੂੰ ਕਰ ਰਹੇ ਹਾਂ। ਅਤੇ ਗੱਲ ਕਰਦੇ ਸੀ ਕਿ ਅਸੀਂ ਬਾਬਾ ਸਾਹਿਬ ਹੋਰਾਂ ਦੀ, ਕਿ ਬਾਬਾ ਸਾਹਿਬ ਅੰਮ੍ਰਿਤਸਰ ਗਏ ਸਨ, ਕਿ ਉਸ ਵੇਲੇ ਦੇ ਮਾਸਟਰ ਤਾਰਾ ਸਿੰਘ ਜਿਹੜੇ ਲੀਡਰ ਸਨ, ਉਹਨਾਂ ਨੂੰ ਇੱਕ ਡਰ ਪੈ ਗਿਆ ਸੀ, ਭੈ ਪੈ ਗਿਆ ਸੀ ਕਿ ਜੇ ਅੰਬੇਡਕਰ ਜਿਹੜਾ ਬਾਬਾ ਸਾਹਿਬ ਅੰਬੇਡਕਰ ਆ, ਜੇ ਅੱਗੇ ਆ ਗਿਆ ਤਾਂ ਇਹ ਇੱਕ ਲੀਡਰ ਬਣ ਜੂ ਤਾਂ ਮੇਰੀ ਜਿਹੜੀ ਤਪੱਸਿਆ, ਜਿਹੜਾ ਮੇਰੇ ਪੁੱਛ-ਗਿੱਛ ਆ ਉਹ ਘਟ ਜਾਣੀ ਆ। ਉਸਨੇ ਇੱਕ ਗੇਮ ਖੇਡੀ ਸੀ, ਇਸ ਕਰਕੇ ਉਸਨੇ ਕਿਹਾ ਸੀ ਇਹਨਾਂ ਲੋਕਾਂ ਨੂੰ ਅਸੀਂ ਜੇ ਹਰਿਮੰਦਰ ਸਾਹਿਬ ਸੌਂਪ ਦਈਏ ਅਤੇ ਇਹ ਤਾਂ ਇਹਦੇ ਰਾਜਾ ਮਹਾਰਾਜਾ, ਇਹ ਤਾਂ ਇੱਥੇ ਦੇ ਇੰਚਾਰਜ ਬਣ ਜਾਣਗੇ, ਇਹ ਤਾਂ ਲੀਡਰ ਬਣ ਜਾਣਗੇ, ਅਸੀਂ ਕਿ ਸਾਨੂੰ ਕੌਣ ਪੁੱਛੂਗਾ। ਤੁਹਾਨੂੰ ਇਹ ਵੀ ਪਤਾ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨਰੇਸ਼ ਨੇ ਜਦੋਂ ਮੁੰਬਈ ਕਾਲਜ ਦੀ ਨੀਂਹ ਪੱਥਰ ਰੱਖਿਆ ਜਾਂ ਖੋਲ੍ਹਣਾ ਸੀਗਾ, ਤਾਂ ਉਦੋਂ ਬਾਬਾ ਸਾਹਿਬ ਦੇ ਲਈ ਉਹਨਾਂ ਨੇ ਆਪਣੀ ਭੈਣ ਦਾ ਡੋਲਾ ਦੇਣ ਤੱਕ ਵੀ ਉਹਨਾਂ ਨੇ ਸਵੀਕਾਰ ਕਰ ਲਿਆ ਸੀ। ਇਹ ਇੱਕ ਐਜੂਕੇਸ਼ਨ ਦੀ ਗੱਲ ਹੈ, ਇੱਕ ਵਿੱਦਿਆ ਦੀ ਗੱਲ ਹੈ ਕਿ ਬਾਬਾ ਸਾਹਿਬ ਦੇ ਵਿੱਚ ਇੰਨੀ ਕਾਬਲੀਅਤ ਸੀ, ਉਹ ਕਿਸੇ ਦੀ ਵੀ ਰਾਜੇ ਮਹਾਰਾਜੇ ਤਾਂ ਉਹਨਾਂ ਦੇ ਮੂਹਰੇ ਕੁਛ ਵੀ ਨਹੀਂ ਸਨ ਜਿੰਨੀ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਹੋਈ ਸੀ। ਉਹ ਤਾਂ ਇੱਕ ਆਪ ਰਾਜੇ ਮਹਾਰਾਜੇ ਸਨ, ਲੇਕਿਨ ਉਹ ਉੱਦਾਂ ਪੂੰਜੀਪਤੀ ਨਹੀਂ ਸਨ, ਗਰੀਬ ਸਨ, ਜਾਂ ਆਪਣੇ ਬੱਚਿਆਂ ਨੂੰ ਵੀ ਆਪਣਾ ਕਫਨ ਨਹੀਂ ਦੇ ਸਕੇ। ਲੇਕਿਨ ਉਹਨਾਂ ਦਾ ਜੋ ਰੁਤਬਾ ਹੈ ਅੱਜ ਭਾਰਤ ਦੇਸ਼ ਜਿੰਨੀ ਦੁਨੀਆ ਦੇ ਕੋਨੇ-ਕੋਨੇ ਵਿੱਚ, ਜਿਸ ਤਰ੍ਹਾਂ ਅਮਰੀਕਾ ਵਾਲਿਆਂ ਨੇ ਕਿਹਾ ਸੀ ਕਿ ਜੇ ਡਾਕਟਰ ਅੰਬੇਡਕਰ ਸਾਡੇ ਅਮਰੀਕਾ ਦੇ ਵਿੱਚ ਹੁੰਦੇ ਤਾਂ ਅਸੀਂ ਉਹਨੂੰ ਸੂਰਜ ਦਾ ਨਾਮ ਦੇਣਾ ਸੀ। ਐਡੀ ਪਾਵਰ ਹੁੰਦਿਆਂ ਹੋਇਆਂ ਉਹ ਜਿਹੜੀ ਕੰਟਰੀ ਇਹ ਕਵੇ ਕਿ ਅਸੀਂ ਉਹਨਾਂ ਨੂੰ ਸੂਰਜ ਦਾ ਨਾਮ ਦੇ ਦੇਣਾ ਸੀ। ਅਤੇ ਇੱਕ ਛੋਟੀ ਗੱਲ ਨਹੀਂ, ਇਹ ਅਮੀਰੀ ਸੀ ਉਹਨਾਂ ਦੇ ਅੰਦਰ, ਉਹਨਾਂ ਦੇ ਇਹ ਅਮੀਰੀ ਸੀ ਕਿ ਆਪਣੇ ਦੱਬੇ ਕੁਚਲੇ ਸਮਾਜ ਨੂੰ ਮੈਂ ਉੱਤੇ ਕਿੱਦਾਂ ਲੈ ਕੇ ਆਉਣਾ ਹੈ। ਇਹ ਇੱਕ ਅਮੀਰੀ ਸੀ ਉਹਨਾਂ ਦੇ ਅੰਦਰ, ਇੱਕ ਜਜ਼ਬਾ ਸੀ, ਜਜ਼ਬਾਤ ਸਨ। ਅਸੀਂ ਜਾਤ ਪਾਤ ਦੇ ਕੋੜ ਵਿੱਚ ਜਿਹੜਾ ਕਿ ਚੜ੍ਹਦਾ ਸੂਰਜ ਸੀ ਉਹਦੀ ਪਛਾਣ ਨਹੀਂ ਕਰ ਸਕੇ। ਇਸੇ ਕਰਕੇ ਜਿਹੜੇ ਕਿ ਪਛਾਣ ਨਾ ਕਰਨ ਕਰਕੇ ਅਸੀਂ ਬਹੁਤ ਕੁਛ ਆਪਣੇ ਹੱਥੋਂ ਗਵਾ ਲਿਆ। ਜੀ ਬਾਬਾ ਸਾਹਿਬ ਦੇ ਜਿਹੜੇ 2-4 ਲਾਈਨਾਂ ਹਨ, ਮੈਂ ਉਹ ਜ਼ਰੂਰ ਕਹਿਣੀਆਂ ਚਾਹੁੰਦਾ ਹਾਂ। ਮੇਰੇ ਮਨ ਵਿੱਚ ਦੇਸ਼ ਦੇ ਲੋਕਾਂ ਦੀ, ਮੇਰੇ ਮਨ ਵਿੱਚ ਦੇਸ਼ ਦੇ ਲੋਕਾਂ ਦੀ ਇੱਕ ਰੀਲ ਜਿਹੀ ਚੱਲਦੀ ਰਹਿੰਦੀ ਹੈ। ਲੋਕਾਂ ਨੂੰ ਅੱਜ ਦੀ ਫਿਕਰ ਨਹੀਂ, ਮੈਨੂੰ ਚਿੰਤਾ ਕੱਲ੍ਹ ਦੀ ਰਹਿੰਦੀ ਹੈ। ਬਾਬਾ ਸਾਹਿਬ ਕਹਿ ਰਹੇ ਆ, ਮੇਰੇ ਮਨ ਵਿੱਚ ਦੇਸ਼ ਦੇ ਲੋਕਾਂ ਦੀ ਇੱਕ ਰੀਲ ਜਿਹੀ ਚੱਲਦੀ ਰਹਿੰਦੀ ਹੈ। ਲੋਕਾਂ ਨੂੰ ਅੱਜ ਦੀ ਫਿਕਰ ਨਹੀਂ, ਮੈਨੂੰ ਚਿੰਤਾ ਕੱਲ੍ਹ ਦੀ ਰਹਿੰਦੀ ਹੈ। ਮੈਂ ਰਾਜ ਤੁਹਾਡਾ ਦੇਖ ਲਵਾਂ, ਮੈਂ ਰਾਜ ਤੁਹਾਡਾ ਦੇਖ ਲਵਾਂ, ਇੱਕ ਰੀਲ ਮਚਲਦੀ ਰਹਿੰਦੀ ਹੈ। ਇੱਕ ਦੀਵੇ ਦੇ ਵਿੱਚ ਰਾਤਾਂ ਨੂੰ, ਇੱਕ ਦੀਵੇ ਦੇ ਵਿੱਚ ਰਾਤਾਂ ਨੂੰ ਮੇਰੀ ਚਰਬੀ ਢਲਦੀ ਰਹਿੰਦੀ ਹੈ। ਇੱਕ ਦੀਵੇ ਦੇ ਵਿੱਚ ਮੇਰੀ ਚਰਬੀ ਢਲਦੀ ਰਹਿੰਦੀ ਹੈ। ਗਾਂਧੀ ਦੀਆਂ ਕੌਮਾਂ ਨੇ, ਗਾਂਧੀ ਦੀਆਂ ਕੌਮਾਂ ਦੇ ਕਿਉਂ ਲੋਕ ਆਸਾਂ 'ਤੇ ਨੇ। ਮੈਂ ਸਦਾ ਜਾਗਦਾ ਰਹਿਣਾ, ਮੇਰੇ ਲੋਕ ਹੋਏ ਅਜੇ ਲੋਕ ਸੁੱਤੇ ਨੇ। ਮੈਂ ਸਦਾ ਜਾਗਦਾ ਰਹਿਣਾ, ਅਜੇ ਮੇਰੇ ਲੋਕ ਸੁੱਤੇ ਨੇ। ਮੈਂ ਇਸ ਕਰਕੇ ਕਹਿੰਦਾ ਇਹ ਬਾਬਾ ਸਾਹਿਬ ਕਿ ਗਾਂਧੀ ਜਾਗਦਾ ਰਹਿੰਦਾ, ਸੁੱਤਾ ਹੈ, ਮੈਂ ਜਾਗਦਾ ਹਾਂ। ਉਹਨਾਂ ਨੂੰ ਜਦੋਂ ਰਿਪੋਰਟਰ ਨੇ ਪੁੱਛਿਆ, ਉਹਨਾਂ ਨੇ ਕਿਹਾ ਇਸ ਕਰਕੇ ਮੈਂ ਜਿਹੜਾ ਸੁੱਤਾ ਜਾਗਦਾ ਹਾਂ ਕਿ ਮੇਰੇ ਲੋਕ ਸੁੱਤੇ ਹਨ। ਗਾਂਧੀ ਦੇ ਲੋਕ ਜਿਹੜੇ ਜਾਗਦੇ ਹਨ, ਉਹ ਇਸ ਕਰਕੇ ਚੁੱਪ ਕਰਕੇ ਸੁੱਤਾ ਪਿਆ ਹੈ। ਇਹ ਸਾਡੇ ਸਮਾਜ ਦੀ ਜਿਹੜੀ ਰੀਲ ਸੀਗੀ ਬਾਬਾ ਸਾਹਿਬ ਨੇ ਪੇਸ਼ ਕੀਤੀ ਸੀ। ਅਤੇ ਬਾਬਾ ਹੈਲੋ 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 ਜੈ ਗੁਰਦੇਵ ਜੀ। ਹਾਂਜੀ, ਮੈਂ ਭਾਈ ਸਾਹਿਬ ਨਾਲ ਗੱਲ ਕਰਨਾ ਚਾਹੁੰਦਾ। ਹਾਂਜੀ ਵੀਰ ਜੀ, ਆਓ। ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਰਹੇ ਜੀ? ਹਾਂਜੀ, ਮੈਂ ਬਰਮਿੰਘਮ ਤੋਂ ਬੋਲਦਾ ਜੀ। ਕੀ ਨਾਮ ਹੈ ਵੀਰ ਜੀ? ਮੇਰਾ ਨਾਮ ਰਾਜਨ। ਰਾਜਨ ਜੀ, ਕੀ ਕਹਿਣਾ ਚਾਹੁੰਦੇ ਹੋ? ਇਹ ਫਿਊ ਸੈਕਿੰਡ ਆ, ਤੁਹਾਡੀ ਸ਼ਾਰਟ ਰੱਖਿਓ ਕਿਉਂਕਿ ਐਂਡ 'ਤੇ ਆਪਣਾ ਪ੍ਰੋਗਰਾਮ ਹੈ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਪਾਰਟੀ ਪਤਾ ਕੀ ਹੈ, ਇਹ ਕੌਮਾਂ ਕੁਛ ਨਹੀਂ ਹੈਗੀਆਂ। ਇਹ ਜਿਹੜੀ ਚੀਜ਼ ਹੈ ਨਾ, ਜੀ ਜੀ ਬੋਲੋ। ਕੁਛ ਨਹੀਂ ਹੈਗਾ। ਹਾਂਜੀ, ਤੁਸੀਂ ਨਾ ਕਿਸੇ ਗਲਤ ਦਿਸ਼ਾ 'ਚ ਜਾ ਰਹੇ ਹੋ। ਅੱਛਾ ਜੀ, ਤੁਸੀਂ ਸਾਨੂੰ ਦਿਸ਼ਾ ਦੱਸੋ, ਕਿਹੜੀ ਤੁਸੀਂ ਕਿਹੜੀ ਦਿਸ਼ਾ 'ਚ ਰਹਿੰਦੇ, ਮੈਨੂੰ ਇਹ ਦੱਸੋ ਪਹਿਲਾਂ। ਮੈਂ ਤੁਹਾਨੂੰ ਵੀ ਦੱਸਦਾ। ਦਿਸ਼ਾ ਇਹ ਆ ਜੀ ਕਿ ਕੋਈ ਨਹੀਂ, ਕੋਈ ਮਜ਼ਹਬ ਨਹੀਂ। ਅੱਛਾ ਜੀ, ਜੀ ਜੀ ਬੋਲੋ। ਥੈਂਕ ਯੂ ਭਾਜੀ, ਤੁਸੀਂ ਗੱਲ ਤਾਂ ਕਰਦੇ ਨਹੀਂ। ਮੈਂ ਦੇਖੋ ਜਿਹੜੀ ਦਿਸ਼ਾ ਦੀ ਗੱਲ ਕਰਦੇ, ਸਾਡਾ ਜਿਹੜਾ ਮੁੱਦਾ ਆ, ਅਸੀਂ ਆਪਣੀ ਦਿਸ਼ਾ ਜਿਹੜੀ ਸਾਡੀ ਲਾਈਨ ਆ ਨਾ, ਤੀਰ ਵਾਂਗੂ ਸਿੱਧੀ ਹੈ।
ਉਹ ਕੈਮਰੇ ਦੇ ਵਿੱਚ ਮੈਂ ਦੇਖਦਾ ਉਹ ਤੀਰ ਵਾਂਗੂ ਸਿੱਧਾ ਮੈਂ ਦੇਖ ਰਿਹਾ ਹਾਂ। ਇਹ ਸਾਡੀ ਦਿਸ਼ਾ ਆ, ਸਾਡਾ ਜਿਹੜਾ ਟਾਰਗੇਟ ਆ। ਸਾਰੀ ਉਮਰ ਸਾਨੂੰ ਦੱਬਿਆ ਰੱਖਿਆ, ਸਾਡੇ ਬਜ਼ੁਰਗਾਂ ਨੂੰ ਪੌਣੀਆਂ ਦੇ ਪਾਸੇ ਬਿਠਾਲਦੇ ਰਹੇ, ਥੱਲੇ ਬਿਠਾਲਦੇ ਰਹੇ। ਅੱਜ ਉਹ ਸਾਡਾ ਸਮਾਜ ਜਿਹੜਾ ਜਾਗ ਚੁੱਕਾ ਹੈ। ਇਸ ਕਰਕੇ ਹੋ ਸਕਦਾ ਜਿਹੜੀ ਸਾਡੀ ਤੁਹਾਨੂੰ ਜਿਹੜੀ ਸੋਚ ਹੈ, ਸਾਡੀ ਲਕੀਰ ਜਿਹੜੀ ਚੰਗੀ ਨਹੀਂ ਲੱਗਦੀ ਹੋਵੇ। ਅਤੇ ਜਾਤਾਂ ਪਾਤਾਂ ਦੀ ਗੱਲ ਵੱਖਰੀ ਗੱਲ ਹੈ, ਮੈਂ ਮੰਨਦਾ ਹਾਂ ਕਿ ਜਾਤ ਪਾਤ ਨਹੀਂ ਹੋਣੀ ਚਾਹੀਦੀ, ਕਿਸੇ ਵੀ ਧਰਮ ਦੇ ਵਿੱਚ ਨਹੀਂ ਹੋਣੀ ਚਾਹੀਦੀ। ਲੇਕਿਨ ਜਿਹੜਾ ਸਾਡਾ ਸਮਾਜ ਆ ਜਾਗ ਚੁੱਕਾ ਆ, ਪੜ੍ਹ ਲਿਖ ਚੁੱਕਾ ਆ। ਅਤੇ ਅਸੀਂ ਜਿਨ੍ਹਾਂ ਦੀਆਂ ਕਾਲਾਂ ਨਹੀਂ ਲੈ ਸਕੇ ਉਹਨਾਂ ਦੀ ਮਾਫੀ ਚਾਹੁੰਦੇ ਹਾਂ। ਜਿਨ੍ਹਾਂ ਦੇ ਕਾਲਾਂ ਦੇ ਆਪਣੇ ਜਿਨ੍ਹਾਂ ਦੇ ਕਾਲਰਾਂ ਨੇ ਫੋਨ ਕੀਤੇ ਉਹਨਾਂ ਦੇ ਵਿਚਾਰ ਆਪਣੇ ਸਨ, ਸਾਡੇ ਦੋਨਾਂ ਭਰਾਵਾਂ ਦੇ ਵਿਚਾਰ ਆਪਣੇ ਸਨ। ਅਤੇ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਜਿੰਦੇ ਰਹੇ ਤਾਂ ਫਿਰ ਮਿਲਾਂਗੇ। ਰੱਬ ਰੱਖਾ। ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ।